ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦ੍ਰਿਸ਼ਟ ਤਰਤ ਤਮ ਹਰਨ, ਦੈਨ ਅਗ ਪਾਪ ਪਰਨਾਸਨ। ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਬਨਾਸਨ। ਲੋਭ ਮੋਹ ਵਸ ਕਰਨ, ਸਰਨ ਜਾਚਕ ਪ੍ਰਤਪਾਲਨ। ਆਤਮ ਰਤ ਸੰਗ ਰੈਣ, ਕਹਿਣ ਅੰਮ੍ਰਿਤ ਕਲ ਢਾਲਣ। ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ। ਗੁਰ ਜਗਤ ਫਿਰਨ ਸ਼ੀ ਅੰਗਰੋ, ਰਾਜ ਜੋਗ ਲੈਣਾ ਕਰੇ। ਸਦਾ ਅਕਾਲ ਲਿਵ ਰਹੇ, ਕਰਨ ਸੋ ਇੱਛਾ ਚਾਰੇ। ਦ੍ਰਮ ਸਪੂਰ ਜੋ ਨਵੈ, ਖਿਵੇਂ ਕਸ ਬਿੰਬਲ ਵਿਚਾਰੇ। ਇਹ ਤਤ ਜਾਣਿਓ, ਸਰਬ ਗਤ ਲਖ ਵਡਾਣੀ। ਸਹਿਜ ਪਾਏ ਸੰਚਿਓ, ਕਿਰਨ ਅੰਮ੍ਰਿਤ ਕਲ ਬਾਣੀ। ਗੁਰਗਮ ਪ੍ਰਮਾਣ ਤੈ ਪਾਇਓ, ਸਰ ਸੰਤੋਖ ਗਰਾਜ ਲਿਓ। ਬਾਰ ਪਰਸਿਓ ਕਲ ਸਮੁੱਲ ਵੈ, ਜਨ ਦਰਸ਼ਨ ਲੈਣੇ ਪਇਓ। ਫੇਰ ਵਸਾਇਆ ਫੇਰ ਆਣ, ਸਤਿਗੁਰ ਖਡੂਰਾ। ਜਪ ਤਪ ਸੰਜਮ ਨਾਲ ਤੁਧ, ਹੋਰ ਮੁਚ ਗਰੂਰਾ। ਲੱਭ ਬਣਾਹੇ ਮਾਨਸਾ, ਜਿਉ ਪਾਣੀ ਬੂਰ। ਵਰਿਆ ਦਰਗਹਿ ਗੁਰੂ ਕੀ, ਕੁਦਰਤੀ ਨੂਰਾ। ਜਿਤ ਸੁਆਥਨ ਲੱਭਈ, ਤੂੰ ਉਹ ਠਰੂਰਾ। ਨਾਨਕ ਨਾਮ ਨਿਦਾਨ ਹੈ, ਤੁਧ ਵਿੱਚ ਭਰਪੂਰਾ। ਨਿੰਦਾ ਤੇਰੀ ਜੋ ਕਰੈ, ਸੋ ਵੰਜੇ ਚੂਰਾ। ਨੇੜੇ ਦਿਸੇ ਮਾਤ ਲੋਕ, ਤੁਧ ਸੁਝੈ ਦੂਰਾ। ਫੇਰ ਵਸਾਇਆ ਫੇਰ ਆਣ, ਸਤਿਗੁਰ ਖਡੂਰ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਲੈਣੇ ਪਾਈ ਨਾਨਕੋ, ਦੇਣੀ ਅਮਰਦਾਸ ਕਰ ਆਈ।
ਗੁਰ ਬੈਠਾ ਅੰਮ੍ਰਿਤ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਹੀ। ਗੁਰਮੁਖ ਪਾਈ ਦਾਤ ਅਲਾਹੀ। ਫੇਰ ਵਸਾਇਆ ਗੋਂਦਵਾਲ, ਚਰਜ ਖੇਲਣਾ ਲਖਿਆ ਜਾਈ। ਦਾਤ ਜੋਤ ਖਸਮੇ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਗੁਰਪੁਰਬ ਪਿਛਲੇ 24 ਤਰੀਕ ਨੂੰ ਲੰਘਿਆ। ਉਸ ਰੋਜ਼ ਤੋਂ ਲੈ ਕੇ ਆਪਾਂ ਕੋਈ ਗੁਰਮਤਿ ਵਿਚਾਰਾਂ ਗੁਰੂ ਅੰਗਦ ਸਾਹਿਬ ਦੇ ਜੀਵਨ ਬਾਰੇ ਕਰ ਰਹੇ ਹਾਂ। ਤੇ ਅੱਜ ਵੀ ਐਤਵਾਰ ਹੋਣ ਕਰਕੇ ਸੰਗਤਾਂ ਜਿਹੜੀਆਂ ਨਹੀਂ ਆਈਆਂ, ਕਿਉਂਕਿ ਸਮਾਂ ਹੀ ਇਸ ਤਰ੍ਹਾਂ ਦਾ ਚੱਲਣ ਦਿਆ, ਤੇ ਉਹ ਸੰਗਤਾਂ ਫਿਰ ਘਰ ਬੈਠੀਆਂ ਹੀ ਗੁਰੂ ਕੇ ਬਚਨਾਂ ਨੂੰ ਸੁਣ ਲੈਂਦੀਆਂ ਨੇ। ਤੇ ਆਓ ਆਪਾਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਦੇ ਉੱਤੇ ਕੋਈ ਵਿਚਾਰ ਕਰੀਏ। ਆਪਾਂ ਸਵੇਰੇ ਵਿਚਾਰ ਕੀਤੀ ਥੋੜ੍ਹੀ ਜਿਹੀ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਰਤਾਰਪੁਰ ਗਏ ਸੀ ਜਥੇ ਦੇ ਨਾਲ, ਤੇ ਉੱਥੋਂ ਉਹਨਾਂ ਨੂੰ ਕੋਈ ਬਖਸ਼ਾ ਹੋਈਆਂ ਰੱਬੀ ਨਾਮ ਦੀਆਂ, ਰੱਬੇ ਪਿਆਲੇ ਦੀਆਂ। ਤੇ ਮੈਂ ਸਵੇਰੇ ਕਿਹਾ ਵੀ ਜਦੋਂ ਇਸ਼ਕ ਲੱਗ ਜਾਂਦਾ ਹੈ ਫਿਰ ਬੰਦਾ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ। ਜਿਹੜਾ ਕੋਈ ਅੰਦਰੋਂ ਘੁੱਟ ਪੀ ਲੈਂਦਾ ਨਾ ਇੱਕ ਵਾਰੀ, ਜਿਹਨੂੰ ਬਾਣੀ ਕਹਿੰਦੀ ਵੀ ਕਿਣਕਾ ਇੱਕ ਜਿਹ ਜੀਭ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਹੜਾ ਉਸ ਰੱਬੀ ਰਸ ਨੂੰ ਥੋੜ੍ਹਾ ਬਹੁਤਾ ਮਾਣ ਲੈਂਦਾ, ਚੱਖ ਲੈਂਦਾ ਨਾ ਇੱਕ ਵਾਰੀ ਜ਼ਿੰਦਗੀ 'ਚ ਸਵਾਦ, ਉਹ ਫਿਰ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ। ਕਿਉਂਕਿ ਇਹ ਰੱਬੀ ਸਵਾਦ ਹੈ ਹੀ ਇਸ ਤਰ੍ਹਾਂ ਦਾ ਹੈ। ਜਿਨ ਪੀਤਾ ਸੇ ਮਸਤ ਪਏ ਹੈ, ਟੂਟੇ ਬੰਧਨ ਫਾਏ। ਜੋਤੀ ਅੰਦਰ ਜੋਤ ਸਮਾਣੀ, ਤਾਂ ਛੋਡੇ ਮਾਇਆ ਕੇ ਲਾਏ। ਮਹਾਰਾਜ ਕਹਿੰਦੇ ਆ, ਜਿੰਨੇ ਉਹ ਘੁੱਟ ਨੂੰ ਪੀ ਲਿਆ, ਰਸ ਨੂੰ ਪੀ ਲਿਆ, ਬਰ ਨਾ ਸਕੋਂ ਤਾਂ ਕੀ ਮਹਿਮਾ, ਕੀਮਤ ਕਹਿ ਨਾ ਜਾਈ। ਉਹ ਫਿਰ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਜਥੇ ਦੇ ਨਾਲ ਕਰਤਾਰਪੁਰ ਸਾਹਿਬ ਆਏ, ਤੇ ਫਿਰ ਉਹਨਾਂ ਨੂੰ ਰੱਬੀ ਘੁੱਟ ਪਿਆ ਦਿੱਤਾ ਗੁਰੂ ਨਾਨਕ ਸਾਹਿਬ ਨੇ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਾਰੇ ਲਿਖਿਆ ਕਿ ਉਹ ਇੱਕ ਅੰਮ੍ਰਿਤ ਦਾ ਪਿਆਲਾ ਲੈ ਕੇ ਇਸ ਧਰਤੀ 'ਤੇ ਆਏ। ਪਾਰ ਬ੍ਰਹਮ ਪਰਮੇਸ਼ਰ ਨੇ ਹੁਕਮ ਕੀਤਾ ਕਿ ਜਾ ਪੁਰਖਾ, ਇਹ ਰਸ ਨੂੰ ਲੋਕਾਂ ਤਾਈਂ ਪਿਆ। ਜਿਹੜੀਆਂ ਉਦਾਸੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ, ਤੇ ਥਾਂ ਥਾਂ 'ਤੇ ਜਾ ਕੇ ਉਸ ਨਾਮ ਜਲ ਦਾ ਛੱਟਾ ਦਿੱਤਾ। ਜਿੱਥੇ ਜੋਗੀਆਂ ਦੀਆਂ ਵੀ ਅਗਨਾਂ ਬੁਝ ਗਈਆਂ, ਸਿੱਧਾ ਅਗਨ ਨਾ ਬੁਝੇ ਬੁਝਾਇਆ। ਉਹੀ ਨਾਮ ਦਾ ਪਿਆਲਾ, ਇਹ ਪਰਮ ਪਿਆਲਾ ਖਸਮ ਕਾ ਜੈ ਭਾਵੇ ਤੈਂਦੇ।
ਇਹੋ ਜਿਹਾ ਇੱਕ ਸਵਾਦ ਵਾ ਸਾਡੀ ਆਤਮਾ ਦੇ ਅੰਦਰ, ਜਦੋਂ ਬੰਦਾ ਚੁੱਭੀ ਲਾ ਲੈਂਦਾ ਹੈ, ਉਹ ਰਸ ਨੂੰ ਪੀ ਲੈਂਦਾ ਹੈ, ਜਦੋਂ ਉਹਦਾ ਸਵਾਦ ਹੀ ਕੋਈ ਇਲਾਹੀ ਹੈ। ਬਾਬੇ ਫਰੀਦ ਜੀ ਨੇ ਕਿਹਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਝਿਓ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਬਾਬਾ ਫਰੀਦ ਜੀ ਕਹਿੰਦੇ, ਜਿੰਨੀਆਂ ਵੀ ਦੁਨੀਆ 'ਤੇ ਮਿੱਠੀਆਂ ਚੀਜ਼ਾਂ ਨੇ ਨਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਿਸ਼ਰੀ ਕਹਿੰਦੇ ਨੇ ਨਿਵਾਤ ਨੂੰ, ਤੇ ਮਾਖਿਓ, ਹੁਣ ਸ਼ਹਿਦ ਕਿੰਨਾ ਸਵਾਦਲਾ ਹੁੰਦਾ ਹੈ, ਸ਼ਹਿਦ ਤੋਂ ਉੱਤੇ ਕੋਈ ਸਵਾਦ ਨਹੀਂ ਇਹ ਚੀਜ਼, ਬੜਾ ਸਵਾਦਲਾ ਮੰਨਿਆ ਗਿਆ ਸ਼ਹਿਦ ਨੂੰ। ਮਾਖਿਓ ਮਾਝਾ ਦੁੱਧ, ਇਹ ਜਦੋਂ ਕੁਦਰਤੀ ਖੁਰਾਕਾਂ ਖਾਂਦੀਆਂ ਸੀ ਨਾ ਮੱਝਾਂ, ਘਾਹ ਚੁੱਕ ਕੇ ਖਾਣਾ, ਤੇ ਦਵਾਈਆਂ ਤੋਂ ਬਿਨਾਂ ਪੱਠੇ ਖਾਣੇ ਮੱਝਾਂ ਨੇ ਜਿਹੜੇ, ਤੇ ਬਿਨਾਂ ਕਿਸੇ ਖਲ ਦੇ ਫੀਡ ਦੇ ਜਿਹੜਾ ਦੁੱਧ ਦਿੰਦੀਆਂ ਹੁੰਦੀਆਂ ਸੀ ਨਾ ਮੱਝਾਂ, ਉਹ ਬੜਾ ਮਿੱਠਾ ਹੁੰਦਾ ਸੀ। ਹੁਣ ਅਸੀਂ ਫਸਲਾਂ ਨੂੰ ਪਾ ਪਾ ਕੇ ਦਵਾਈਆਂ ਤੇ ਖਾਦਾਂ, ਉਹ ਜ਼ਹਿਰ ਹੀ ਕਰ ਛੱਡਿਆ ਸਭ ਕੁਛ। ਹੁਣ ਦੁੱਧ ਦਾ ਉਹ ਸਵਾਦ ਨਹੀਂ ਰਿਹਾ ਜਿਹੜਾ ਪਹਿਲੋਂ ਦੁੱਧ ਸਵਾਦ ਹੁੰਦਾ ਸੀ, ਉਹ ਸ਼ਹਿਦ ਜੈਸਾ ਮਿੱਠਾ ਹੁੰਦਾ ਸੀ ਪਹਿਲਾ ਦੁੱਧ। ਬਾਬੇ ਫਰੀਦ ਨੇ ਕਿਹਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਸਭੇ ਵਸਤੂ ਮਿੱਠੀਆਂ, ਪਰ ਰੱਬ ਨਾ ਪੁੱਜਣ ਤੁਧ। ਜਿਹੜੇ ਉਹ ਰੱਬੀ ਰਸ ਨੂੰ ਪੀਂਦੇ ਨੇ, ਰੱਬੀ ਪਿਆਲੇ ਨੂੰ ਪੀਂਦੇ ਨੇ, ਉਹਨਾਂ ਦੇ ਮੁਕਾਬਲੇ ਤੇ ਇਹ ਚੀਜ਼ਾਂ ਕੁਛ ਨਹੀਂ ਹੈ, ਕੁਛ ਨਹੀਂ ਹੈ। ਤੇ ਉਹ ਫਿਰ ਗੁਰੂ ਨਾਨਕ ਸਾਹਿਬ ਨੇ ਜਦੋਂ ਪਿਆਲਾ ਲਹਿਣਾ ਜੀ ਨੂੰ ਪਿਆਇਆ, ਫਿਰ ਉਸ ਪਿਆਲੇ ਤੋਂ ਬਿਨਾਂ ਉਹ ਕਹਿੰਦੇ ਵੀ ਅਸੀਂ ਹੁਣ ਰਹਿ ਨਹੀਂ ਸਕਦੇ, ਹਾਂ ਰਹਿ ਨਾ ਸਕਾਂ, ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀਓ। ਭਾਈ ਗੁਰਦਾਸ ਨੇ ਆਖਿਆ ਵੀ ਜਿਸ ਤਰ੍ਹਾਂ ਅੰਬਲੀਆਂ ਨੂੰ ਕੋਈ ਅਮਲ ਲੱਗ ਜਾਂਦਾ ਨਾ, ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰਨ ਦੇ, ਚੋਰਾਂ ਚੋਰਾਂ ਪਿੜਹਰੀ ਠੱਗ ਠੱਗ ਮੇਲ ਦੇਸ਼ ਠਗੰਦੇ, ਮਨ ਤਾਰੂ ਮਨ ਤਾਰੂਆਂ ਤਾਰੂ ਤਾਰੂ ਤਾਰ ਤਰਨ ਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣਾ ਦੁੱਖ ਰਵੰਦੇ, ਪਰ ਸਾਧ ਸੰਗਤ ਗੁਰ ਸਿੱਖ ਵਸੰਦੇ। ਉਹ ਫਿਰ ਜਿਨ੍ਹਾਂ ਨੂੰ ਸੰਗਤ 'ਚ ਬੈਠ ਕੇ ਉਹ ਰੱਬੀ ਰਸ ਨੂੰ ਪੀਣ ਦੀ ਜਾਚ ਆ ਜਾਵੇ ਨਾ, ਫਿਰ ਉਸ ਸੰਗਤ ਤੋਂ ਬਿਨਾਂ ਤੇ ਉਸ ਰੱਬੀ ਰਸ ਤੋਂ ਬਿਨਾਂ ਰਹਿ ਨਹੀਂ ਸਕਦੇ। ਉਹ ਸਵਾਦ ਹੀ ਇਲਾਹੀ ਹੈ। ਗੁਰਮੁਖ ਪਾਈ ਦਾਤ ਇਲਾਹੀ, ਉਹਨੂੰ ਇਲਾਹੀ ਦਾਤ ਕਹਿੰਦੇ। ਉਹ ਫਿਰ ਆਪਾਂ ਸਵੇਰੇ ਗੱਲ ਕੀਤੀ ਸੀ, ਤੇ ਉਹ ਗੁਰੂ ਭਾਈ ਲਹਿਣਾ ਜੀ ਕਹਿਣ ਲੱਗੇ ਵੀ ਅਸੀਂ ਹੁਣ ਖਡੂਰ ਸਾਹਿਬ ਜਾਣਾ ਹੈ, ਤੇ ਅਸੀਂ ਆਪਣੇ ਪਿਆਰੇ ਤੋਂ ਬਿਨਾਂ ਰਹਿ ਨਹੀਂ ਸਕਦੇ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸੇ ਜੀਵਣਾ। ਮੈਂ ਆਪਣੇ ਪਿਆਰੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਹੁਣ ਇਹ ਰੱਬੀ ਆਸ਼ਿਕ ਹੁੰਦੇ ਨੇ ਜਿਹੜੇ, ਉਹਨਾਂ ਦੀਆਂ ਅੰਦਰ ਦੀਆਂ ਰਮਜ਼ਾਂ ਨੂੰ, ਅੰਦਰ ਦੀਆਂ ਦੁੱਖਾਂ ਨੂੰ ਕੌਣ ਜਾਣਦਾ ਹੈ? ਕੋਈ ਨਹੀਂ ਜਾਣਦਾ। ਉਹ ਤੇ ਜਿਸ ਤਨ ਲਾਗੇ ਸੋਈ ਦਾਣੇ, ਅਵਰ ਕਿਆ ਜਾਣੇ ਪੀਰ ਪਰਈਆ। ਮੈਂ ਅੰਤਰ ਪਿਆਸ ਉੱਠੀ ਗੁਰ ਕੇਰੀ, ਪ੍ਰਭ ਕੇਰੀ ਸੁਣ ਗੁਰ ਬਚਨ ਮਨ ਪੀਰ ਲਗਈਆ।
मन की बिरथा मन ही जाने, अवर के जाने को पीर परैया। अंतर प्यास उठी प्रभ केरी, सुन गुर बचन मन पीर तीर लगैया। मन की बिरथा मन ही जाने, अवर क्यों जाने को पीर परैया। ओ फिर लैणा जी कह लगे भी असी हुण करतारपुर साहिब जाना है। ते ओ फिर तैयारी करके, छोटी जी हट्टी सी, क्योंकि वो कोई बहुत वड्डी जायदाद दे मालक नहीं सन। उन्हां दे बचपन विच पिता जी चढ़ाई कर गए गुरु अंगद साहिब सच्चे पातशाह दे, ते भूआ ने अपने पिंड खडूर साहिब लै आंदा, ते इत्थे उन्हां नूं एक छोटी जी दुकान पा दित्ती। कोई वड्डा हट नहीं है, वो बाणीए नहीं सन, ते उह तों गुजारा चलदा है। पर परबत बागार नूं जो प्रवान हुंदा है ना, ਉਹੀ ਹੁੰਦਾ ਹੈ, ਉਹੀ ਹੁੰਦਾ ਹੈ। ਇਹ ਫਿਰ ਹੁਣ ਧੰਨ ਗੁਰੂ ਅਜੇ ਲਹਿਣੇ ਦੇ ਰੂਪ ਜਿਹਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖਡੂਰ ਸਾਹਿਬ ਤੋਂ ਤੁਰਨ ਲੱਗੇ ਨੇ, ਤੇ ਮਾਹੌਲ ਬੜਾ ਗਮਗੀਨ ਹੈ। ਕਹਿਣ ਲੱਗੇ ਨਹੀਂ, ਮੈਂ ਹੁਣ ਕਿਸੇ ਸੱਚ ਦੀ ਖੋਜ ਵਿੱਚ ਚੱਲਿਆ ਹੈ, ਮੈਂ ਆਪਣੇ ਮਰੀਦ ਮੁਰਸ਼ਿਦ ਕੋਲ ਚੱਲਿਆ ਹੈ। ऐसा हुंदा है, ये जदों इश्क लग जाता ना, फिर सब कुछ छड़ा दिंदा है। इश्क है ही रब्बी इश्क है ही इस तरह की बात है। वो कबीर साहब नूं लग गया, ते वो फिर की करदे ने, नित उठ कोरी गागर आने, लीपत जियो गयो। ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਪਾਣੀ ਭਰ ਲਿਆਉਂਦੇ ਨੇ, ਤੇ ਨਹਾ ਕੇ ਤੇ ਰੱਬ ਰੱਬ ਕਰਨ ਬਹਿ ਜਾਂਦੇ ਨੇ। ਤੇ ਇਹ ਕੰਮ ਲੋਕਾਂ ਨੂੰ ਤੇ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ। ਨਿਤ ਉੱਠ ਕੋਰੀ ਗਾਗਰ ਆਨੇ, ਲੀਪਤ ਜਿਉ ਗਇਓ। ਤਾਣਾ ਬਾਣਾ ਕਛੂ ਨ ਸੂਝੈ, ਹਰ ਹਰ ਰਸ ਲਪਟਿਓ। ਜਿੱਦਾਂ ਗੁਰੂ ਅੰਗਦ ਸਾਹਿਬ ਨੇ ਆਖਿਆ ਵੀ ਹੁਣ ਸਾਨੂੰ ਹੱਟੀਆਂ ਪੱਟੀਆਂ ਨਾਲ ਕੋਈ ਨਹੀਂ ਹੈ, ਅਸੀਂ ਹੁਣ ਆਪਣੇ ਮੁਰਸ਼ਿਦ ਕੋਲ ਜਾਣਾ ਹੈ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਨੂੰ ਕੋਈ ਬਹੁਤੀ ਕਿਰਤ ਬਿਰਤ ਦਾ ਫਿਕਰ ਨਹੀਂ ਹੁੰਦਾ। ਉਹਨਾਂ ਨੂੰ ਪਤਾ ਰਾਜ਼ਕ ਹੈ ਰੱਬ, ਉਹਨੇ ਹਰ ਇੱਕ ਨੂੰ ਰਿਜ਼ਕ ਦੇਣਾ ਹੀ ਦੇਣਾ। ਉਹਨੇ 42 ਲੱਖ ਜੀ ਜਲਮੇ ਹੋਤੇ ਉੱਤੇ ਵੀ ਦੇਣਾ ਹੈ, ਸਾਰਿਆਂ ਨੂੰ ਦੇਣਾ ਹੈ। ਤਾਈਓ ਤੇ ਗੁਰੂ ਅੰਗਦ ਸਾਹਿਬ ਨੇ ਆਖਿਆ ਹੀ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੇ ਜੰਤ ਉਪਾਏ ਕੇ ਤਨਾ ਵੀ ਰੋਜੀ ਦੇ। ਉੱਥੇ ਹਟ ਨਾ ਚੱਲਈ, ਨਾ ਕੋਈ ਕਿਰਸ ਕਰੇ, ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਉਹ ਫਿਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ, ਗੱਲ ਲੰਬੀ ਨਾ ਹੋ ਜੇ, ਮੈਂ ਜਿਹੜੀ ਕਹਿਣੀ ਚਾਹੁੰਦਾ, ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੋਂ ਤੁਰ ਪੈਂਦੇ ਨੇ। ਤੇ ਕਿਸੇ ਵੱਡੇ ਮਕਸਦ ਵਾਸਤੇ ਸਿਆਣੇ ਕਹਿੰਦੇ ਹੁੰਦੇ ਹਨ, ਕਿਸੇ ਵੱਡੀ ਪ੍ਰਾਪਤੀ ਵਾਸਤੇ ਛੋਟੇ ਛੋਟੇ ਕੰਮ ਛੱਡ ਦੇਣ ਦੇ ਕੋਈ ਬੁਰਾਈ ਨਹੀਂ ਹੈ। ਕਿਸੇ ਵੱਡੀ ਪ੍ਰਾਪਤੀ ਵਾਸਤੇ ਛੋਟੀਆਂ ਗੱਲਾਂ ਨੂੰ ਤਿਆਗ ਦੇਣਾ, ਇਹ ਕੋਈ ਮਾੜਾ ਕੰਮ ਨਹੀਂ ਹੈ। ਤਿਆਗ ਦੇਣਾ ਚਾਹੀਦਾ। ਜੇ ਕੋਈ ਤੁਸੀਂ ਵੱਡਾ ਕਰਨਾ ਚਾਹੁੰਦੇ ਹੋ ਤਾਂ ਛੋਟਿਆਂ ਨੂੰ ਤਿਆਗ ਦੇਣਾ ਚਾਹੀਦਾ, ਕੋਈ ਬਾਤ ਨਹੀਂ ਇਸ ਦੀ। ਉਹ ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੋਂ ਹੱਟੀ ਬੰਦ ਕਰਕੇ ਤੇ ਖਡੂਰ ਸਾਹਿਬ ਤੋਂ ਤੁਰ ਪਿਆ ਇੱਕ ਉਹ ਰਾਹੀ। ਕਹਿੰਦਾ ਮੈਂ ਕਰਨੀ ਆ ਉੱਥੇ ਜਾ ਕੇ
ਕਰਤਾਰਪੁਰ ਸੱਚ ਦੀ ਕਮਾਈ। ਆ ਪੈਸੇ ਕਮਾਉਣ ਵਾਸਤੇ ਆਪਾਂ ਕਿੱਥੇ ਕਿੱਥੇ ਜਾਂਦੇ ਆ, ਕੀ ਨਹੀਂ ਕਰਦੇ ਆਪਾਂ, ਦੇਸ਼ਾਂ ਵਿਦੇਸ਼ਾਂ 'ਚ ਕਿੱਥੇ ਨਹੀਂ ਜਾਂਦੇ। ਸਾਹਿਬ ਨੇ ਕਿਹਾ ਦੇਸ਼ ਕਮਾਵਣ ਧਨ ਜੋਰਨ ਕੀ ਮਨਸਾ, ਬੀਜੇ ਨਿਕਸੇ ਸਾਸ। ਜੋ ਕੁਛ ਅਸੀਂ ਕਰ ਰਹੇ ਹਾਂ ਉਹ ਧਨ ਕਮਾਉਣ ਵਾਸਤੇ ਹੀ ਕਰ ਰਹੇ ਹਾਂ। ਤੇ ਧਰਮ ਕਮਾਉਣ ਵਾਸਤੇ ਕੁਛ ਕਰਨਾ ਨਹੀਂ ਪੈਂਦਾ। ਕੈਸੀਆਂ ਬਾਤਾਂ। ਹਾਂ, ਇਹ ਹੁਣ ਗੁਰੂ ਅੰਗਦ ਸੱਚੇ ਪਾਤਸ਼ਾਹ ਤੁਰ ਪਏ ਨੇ ਕਰਤਾਰਪੁਰ ਸਾਹਿਬ ਨੂੰ। ਤੇ ਜਿੱਦਾਂ ਬਾਬੇ ਫਰੀਦ ਨੇ ਆਖਿਆ, ਫਰੀਦਾ ਜੋ ਗੁਰ ਦੱਸੇ ਵਾਟ ਮਰੀਦਾ ਜੋਲੀਐ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਐ। ਜਿਹੜੀ ਵਾਟ ਜਿਹੜਾ ਰਾਹ ਗੁਰੂ ਨੇ ਦੱਸਿਆ ਹੈ, ਮਰੀਦ ਬਣ ਕੇ ਉੱਤੇ ਤੁਰੋ। ਹੁਜਤਾ ਨਾ ਕਰੋ, ਤਰਕਾ ਨਾ ਕਰੋ। ਜੋ ਗੁਰ ਦੱਸੇ ਵਾਟ ਮਰੀਦਾਂ ਜੋਲੀਏ। ਇਹ ਫਿਰ ਤੁਰ ਪਿਆ ਲਹਿਣਾ ਜੀ ਖਡੂਰ ਸਾਹਿਬ ਦੀ ਧਰਤੀ ਤੋਂ ਹੱਟੀ ਬੰਦ ਕਰਕੇ, ਪਰਿਵਾਰ ਦੀ ਜ਼ਿੰਮੇਵਾਰੀ ਆਪਣੀ ਭੂਆ ਜੀ ਨੂੰ ਦੇ ਕੇ। ਇਹ ਮੋਹ ਦਾ ਤਿਆਗ ਕਰਨਾ ਕੋਈ ਛੋਟੀ ਬਾਤ ਨਹੀਂ ਹੈ। ਆ ਰੋਣਦੇ ਨੇ ਹਜ਼ੂਰ ਸਾਹਿਬ ਜਿਹੜੇ ਗਏ ਸੀ ਗੁਰੂ ਨੂੰ ਮਿਲਣ, ਕਹਿੰਦੇ ਸਾਡਾ ਪਿਆਰ ਹੀ ਗੁਰੂ ਨੂੰ, ਬੜਾ ਚਿੱਤ ਸੀ ਹਜ਼ੂਰ ਸਾਹਿਬ ਜਾਣਾ। ਰੋਣਦੇ ਹੁਣ ਬੈਠੇ ਉੱਥੇ, ਕੱਢ ਲਓ ਸਾਨੂੰ, ਉਮਰ ਕੈਦ ਹੋ ਗਈ ਜੇ। ਇਹ ਹਾਲਤ ਇਹਨਾਂ ਲੋਕਾਂ ਦੀ ਹੈ। ਫੇਰ ਕਦੇ ਇਹ 'ਤੇ ਗੱਲ ਕਰਾਂਗੇ ਆਪਾਂ। ਇਹ ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਇੱਕ ਹੱਟੀ ਬੰਦ ਕਰਕੇ ਤੇ ਥੋੜ੍ਹਾ ਬਹੁਤਾ ਸੌਦਾ ਲੂਣ ਇਤਾਦਕ ਇੱਕ ਗਠੜੀ ਵਿੱਚ ਬੰਨ੍ਹ ਕੇ ਤੇ ਖਡੂਰ ਸਾਹਿਬ ਦੀ ਧਰਤੀ ਤੋਂ ਤੁਰਨ ਲੱਗੇ ਨੇ। ਤੇ ਮਾਹੌਲ ਬੜਾ ਗਮਗੀਨ ਹੈ। ਤੁਸੀਂ ਆਪਣੇ ਧੀਆਂ ਪੁੱਤਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਜਦੋਂ ਏਅਰਪੋਰਟ 'ਤੇ ਚਾੜਨ ਜਾਂਦੇ ਹੋ, ਕਿਸ ਤਰ੍ਹਾਂ ਰੋਂਦੇ ਨਹੀਂ ਜੇ ਤੁਸੀਂ। ਹਾਲਾਂਕਿ ਉਹਨੇ 2-4 ਘੰਟਿਆਂ ਬਾਅਦ ਜਾ ਕੇ ਫੋਨ ਵੀ ਕਰ ਦੇਣਾ ਵੀ ਮੈਂ ਪਹੁੰਚ ਗਿਆ। ਤੇ ਫਿਰ ਵਿਛੋੜਾ ਰਵਾਉਂਦਾ ਹੈ, ਦੁੱਖ ਵਿਛੋੜਾ। ਉਹ ਕੈਸਾ ਮਾਹੌਲ ਹੋਊਗਾ ਜਦੋਂ ਗੁਰੂ ਅੰਗਦ ਸਾਹਿਬ ਉੱਥੋਂ ਤੁਰਨ ਲੱਗੇ ਨੇ। ਬੱਚੇ ਨੇ 4 ਘਰ ਦੇ ਵਿੱਚ, ਛੋਟੇ 2 ਧੀਆਂ ਨੇ, 2 ਪੁੱਤਰ ਨੇ। ਉਹ ਕੈਸਾ ਮਾਹੌਲ ਹੋਏਗਾ। ਪਰ ਜਦੋਂ ਕਿਸੇ ਨੂੰ ਇਸ਼ਕ ਲੱਗ ਜਾਂਦਾ, ਫਿਰ ਇਹੋ ਜਿਹੀਆਂ ਚੀਜ਼ਾਂ ਫਿਰ ਰੁਕਾਵਟ ਨਹੀਂ ਬਣਦੀਆਂ ਰੱਬੀ ਪਿਆਰ ਵਿੱਚ। ਤੁਰ ਪਏ ਨੇ ਸਿਰ ਉੱਤੇ ਗਠੜੀ ਰੱਖ ਕੇ, ਤੇ ਤੁਰਦੇ ਰੱਬੀ ਯਾਦ ਵਿੱਚ ਭਿੱਜੇ ਹੋਏ ਨੇ। ਤੇ ਤੁਰਦੇ ਫਿਰ ਇਹ ਕੋਈ 100 ਕਿਲੋਮੀਟਰ ਬਣਦਾ ਕਰਤਾਰਪੁਰ ਸਾਹਿਬ ਤੇ ਖਡੂਰ ਸਾਹਿਬ। 100 ਕਿਲੋਮੀਟਰ ਦਾ ਫਾਸਲਾ ਹੈ। ਹੋ ਸਕਦਾ 2 ਦਿਨਾਂ 'ਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਕਰ ਲਿਆ ਹੋਵੇ, ਰਾਹ 'ਚ ਕੋਈ ਪੜਾਅ ਕਰ ਲਿਆ ਹੋਵੇ। ਇਹ ਫਿਰ ਇੱਥੇ ਆ ਜਾਂਦੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਧਰਮਸ਼ਾਲਾ ਬਣਾਈ ਹੋਈ ਹੈ। ਇਹ ਕਰਤਾਰਪੁਰ ਸਾਹਿਬ ਦੀ ਜਿਹੜੀ ਧਰਮਸ਼ਾਲਾ ਹੈ, ਇਹ ਗੁਰੂ ਨਾਨਕ ਸਾਹਿਬ ਨੇ 1521-22 ਦੇ ਲਾਗੇ ਇਤਿਹਾਸਕਾਰ ਕੋਈ ਦੱਸਦੇ ਨੇ ਵੀ ਉਦੋਂ ਇਹ ਜਗ੍ਹਾ ਬਣਾਈ ਕਰਤਾਰਪੁਰ ਸਾਹਿਬ। ਤੇ ਇੱਕ ਮੈਂ ਗੱਲ ਕਹਿ ਦਿਆਂ ਵੀ ਇਹ ਕਰਤਾਰਪੁਰ ਸਾਹਿਬ ਜਿਹੜੀ ਇਹ ਕੋਈ ਬਾਬੇ ਨੇ ਇੱਥੇ ਪੈਲੀ ਖਰੀਦ ਕੇ ਖੇਤੀ ਕਰਨ ਵਾਸਤੇ ਨਹੀਂ ਸੀ ਬਣਾਈ ਵੀ ਮੈਂ ਇੱਥੇ ਪੈਲੀਆਂ ਖਰੀਦ ਲਾਂ ਤੇ ਇੱਥੇ ਮੈਂ ਖੇਤੀ ਕਰੂੰਗਾ। ਐਸੀ ਕੋਈ ਬਾਤ ਨਹੀਂ ਹੈ। ਹੁਣ ਗੁਰੂ ਜਿੱਥੇ ਅੱਜ ਕੱਲ੍ਹ ਦੇ ਗੁਰੂ ਡੇਰੇ ਬਣਾਉਂਦੇ ਨੇ, ਹਜ਼ਾਰਾਂ ਕਿੱਲੇ ਜ਼ਮੀਨ ਹੈ। ਤੇ ਬਾਬੇ ਨਾਨਕ ਸੱਚੇ ਪਾਤਸ਼ਾਹ ਨੇ ਆਪਣਾ ਸਥਾਨ ਕਿੱਥੇ ਕੀਤਾ, ਜਿੱਥੇ ਨਾ ਕੋਈ ਪਿੰਡ ਵਾ, ਨਾ ਕੋਈ ਬੰਦਾ ਵਾ, ਨਾ ਕੋਈ ਘਰ ਵਾ, ਦਰਿਆ ਵਾ, ਬੀਆਬਾਨ ਜੰਗਲ ਹੈ, ਸੁਨਸਾਨ ਹੈ, ਦਿਨੇ ਵੀ ਡਰ ਆਉਂਦਾ ਜਿੱਥੋਂ। ਉਸ ਜਗ੍ਹਾ 'ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਫਿਰ ਧਿਆਨ ਸਾਧਨਾ, ਜਪ ਸਾਧਨਾ ਕਰਨ ਵਾਸਤੇ ਇੱਕ ਜਗ੍ਹਾ ਲੱਭੀ ਹੈ। ਕੋਈ ਪਿੰਡ ਨਹੀਂ ਹੈ ਲਾਗੇ, ਕੋਈ ਘਰ ਨਹੀਂ ਹੈ ਲਾਗੇ, ਇਕਾਂਤ ਜਗ੍ਹਾ। ਕੋਈ ਉੱਥੇ ਫਸਲਵਾੜੀ ਨਹੀਂ ਹੈ। ਦਰਿਆਵਾਂ ਦੇ ਕੰਢੇ 'ਤੇ ਫਸਲਾਂ ਕਿੱਥੇ ਹੁੰਦੀਆਂ ਸੀ? ਹੁਣ ਨਹੀਂ ਹੁੰਦੀਆਂ ਦਰਿਆਵਾਂ ਦੇ ਕੰਢੇ, ਤੇ ਉਸ ਸਮੇਂ ਕਿੱਥੋਂ ਹੁੰਦੀਆਂ ਸੀ? ਇਹ ਫਿਰ ਹੁਣ ਲਹਿਣਾ ਜੀ ਚੱਲਦੇ ਖਡੂਰ ਸਾਹਿਬ ਤੋਂ ਇੱਥੇ ਆ ਜਾਂਦੇ ਨੇ, ਕਰਤਾਰਪੁਰ ਧਰਮਸ਼ਾਲਾ ਆਉਂਦੇ ਨੇ। ਇੱਥੇ ਆਣ ਕੇ ਫਿਰ ਆਪਣੇ ਜਿਹੜੀ ਪੋਠਲੀ ਸੀ ਉਹ ਲਾਹ ਦਿੰਦੇ ਨੇ। ਉਹਦੇ 'ਚ ਕੁਛ ਥੋੜ੍ਹਾ ਬਹੁਤਾ ਕੋਈ ਆਪਣਾ ਕੋਈ ਲੀੜਾ ਕੱਪੜਾ ਹੋਊਗਾ
ਕਿਉਂਕਿ ਜਦੋਂ ਆਪਾਂ ਕਿਤੇ ਜਾਂਦੇ ਹਾਂ ਤਾਂ ਕੁਛ ਲੈ ਕੇ ਜਾਂਦੇ ਹਾਂ ਵੀ ਉੱਥੇ ਰਹਿਣਾ ਵਾ, ਲੀੜਾ ਕੱਪੜਾ ਚਾਹੀਦਾ ਵਾ। ਉਹ ਪੋਟਲੀ ਵਿੱਚ ਕੋਈ ਹੋ ਆਪਾਂ ਉਹਦਾ ਲੀੜਾ ਕੱਪੜਾ ਵੀ ਹੋ ਸਕਦਾ ਲੈਣਾ ਜੀ ਦਾ, ਅਤੇ ਕੋਈ ਕਹਿੰਦੇ ਲੂਣ ਦੀ ਪੰਡ ਵੀ ਸੀ, ਕੋਈ ਸੌਦਾ ਵੀ ਸੀ, ਥੋੜ੍ਹਾ ਬਹੁਤਾ ਦੁਕਾਨਦਾਰ ਸੀ। ਇੱਥੇ ਫਿਰ ਆ ਗਏ ਨੇ ਅਤੇ ਇੱਥੇ ਹੁਣ ਅੱਜ ਦਾ ਸਾਡਾ ਵਿਸ਼ਾ ਹੈ ਕਿ ਗੁਰੂ ਪਵੇ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਉਹ ਕਿਹੜੀ ਘਾਲਣਾ ਘਾਲੀ ਲਹਿਣਾ ਜੀ ਨੇ, ਤੇ ਪਵੇ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਉਹ ਮਰਦਾਂ ਵਾਲੀ ਘਾਲਣਾ ਕਿਹੜੀ ਸੀ? ਉਹ ਭਾਈ ਗੁਰਦਾਸ ਨੇ ਲਿਖਿਆ ਵੀ ਸਿੱਖ ਨੂੰ ਕਿਹੜੀ ਘਾਲਣਾ ਘਾਲਣੀ ਪੈਂਦੀ, ਤੇ ਉਹ ਇੱਕ ਸਿੱਖ ਦੇ ਰੂਪ ਵਿੱਚ ਸ੍ਰੀ ਲਹਿਣਾ ਜੀ ਨੇ ਕਰਤਾਰਪੁਰ ਸਾਹਿਬ ਦੇ ਘਾਲੀ ਆ। ਜਦੋਂ ਮੈਂ ਸਵੇਰੇ ਕਿਹਾ ਨਾ ਕਿ ਮਾਤਾ ਖੀਵੀ ਜੀ ਨੇ ਜਦੋਂ ਗੁਰਤਾ ਗੱਦੀ ਲੈ ਕੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਜਾਂਦੇ ਨੇ ਤੇ ਉੱਥੇ ਘਾਲਣਾ ਘਾਲੀ ਹੈ ਮਾਤਾ ਖੀਵੀ ਜੀ ਨੇ। ਇਹ ਸਿੱਧੇ ਦਸਮ ਦੁਆਰਾਂ 'ਚ ਨਹੀਂ ਜਾਇਆ ਜਾਂਦਾ। ਇੱਕ ਆ ਲਾਣਾ ਤੁਰਿਆ ਫਿਰਦਾ ਸਾਡਾ, ਆਓ ਜੀ ਦਸਮ ਦੁਆਰ ਚੱਲੀਏ, ਆਓ ਜੀ ਸਹਿਜ ਘਰ ਚੱਲੀਏ। ਇਹ ਐਡੀਆਂ ਸੁਖਾਲੀਆਂ ਬਾਤਾਂ ਨਹੀਂ ਹੈ ਦਸਮ ਦੁਆਰ ਸਹਿਜ ਘਰ। ਤੇ ਨਾਲੇ ਸਾਰੇ ਥੋੜ੍ਹਾ ਦਸਮ ਦੁਆਰ ਸਹਿਜ ਘਰ ਜਾ ਸਕਦੇ। ਕੋਈ ਕੌਮ ਦਾ ਇੱਕ ਅੱਧਾ ਵਿਅਕਤੀ ਹੁੰਦਾ ਜਿਹੜਾ ਸਹਿਜ ਘਰ ਜਾਂਦਾ, ਕਿ ਸਾਰੇ ਲਾਣਾ ਹੀ ਤੁਰ ਜਾਂਦਾ ਸਹਿਜ ਘਰ ਨੂੰ। ਇੱਕ ਐਸੀਆਂ ਬਾਤਾਂ ਪਾਉਂਦੇ ਫਿਰਦੇ ਨੇ। ਕੋਈ ਇੱਕ ਅੱਧਾ ਵਿਅਕਤੀ ਹੁੰਦਾ ਕੌਮ ਦਾ ਜਿਹੜਾ ਸਹਿਜ ਘਰ 'ਚ ਚਿਲ ਜਾਂਦਾ, ਕਿ ਸਾਰੇ ਜਿੰਨੇ ਬੈਠੇ ਆ ਆਓ ਆਪਾਂ ਸਾਰੇ ਸਹਿਜ ਘਰ ਚੱਲੀਏ। ਨਾ ਸਹਿਜ ਘਰ ਤੁਹਾਡੇ ਬਾਪੂ ਦੀ ਹਵੇਲੀ ਜਿਹੜੀ ਪਿੰਡੋਂ ਬਾਰ-ਬਾਰ ਬਣੀ ਵੀ ਉੱਥੇ ਚਿਲ ਚੱਲੀਏ। ਕੈਸੀਆਂ ਬਾਤਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਗੈਰ ਮੈਲ ਜਾਣਾ ਮਨ ਮਾਰੀ। ਜਿੰਨਾ ਚਿਰ ਮਨ ਨਹੀਂ ਮਰਦਾ, ਫੁਰਨੇ ਨਹੀਂ ਮਰਦੇ, ਉਹਨਾਂ ਚਿਰ ਸਹਿਜ ਘਰ 'ਚ ਕਿਵੇਂ ਜਾਵਾਂਗੇ। ਗੈਰ ਮੈਲ ਜਾਣਾ ਮਨ ਮਾਰੀ। ਉਹ ਫਿਰ ਇੱਥੇ ਆ ਜਾਂਦੇ ਨੇ ਤੇ ਭਾਈ ਗੁਰਦਾਸ ਨੇ ਇੱਕ ਉਸ ਵਿਅਕਤੀ ਦਾ ਚਿੱਤਰਨ ਖਿੱਚਿਆ ਜਿਹੜੇ ਘਾਲਣਾ ਘਾਲਦੇ ਨੇ, ਤੇ ਲਹਿਣੇ ਨੇ ਇੱਥੇ ਘਾਲਣਾ ਘਾਲੀ ਆ। ਤੇ ਘਾਲਣਾ ਕੌਣ ਘਾਲ ਸਕਦਾ ਹੈ? ਭਾਈ ਗੁਰਦਾਸ ਨੇ ਲਿਖਿਆ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਇਹ ਗੁਰੂ ਪੀਰਾਂ ਦੀ ਚਾਕਰੀ ਕੋਈ ਮੁਰਦਾ ਬਣ ਕੇ ਹੀ ਘਾਲ ਸਕਦਾ, ਜੀਂਦਿਆਂ ਨਹੀਂ ਘਾਲੀ ਜਾਂਦੀ। ਮੁਰਦੇ ਦਾ ਇਹ ਮਤਲਬ ਡੈਡ ਬੋਡੀ ਨਹੀਂ ਹੈ। ਆਪਾ ਤਿਆਗ ਕੇ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸੁਧ ਹੈ ਤਿਨ ਸੇਵ ਪਈ ਸਭ ਥਾਏ। ਸੇਵਾ ਤੇ ਉਹਦੀ ਪ੍ਰਵਾਨ ਹੁੰਦੀ ਜਿਹਦਾ ਆਪਾ ਮਰ ਗਿਆ। ਤੇ ਇੱਕ ਪੱਖਾ ਦੇ ਕੇ ਤੇ ਤਿੰਨਾਂ ਫਰਾਂ ਤੇ ਨਾਂ ਲਿਖਾ ਲੈਂਦੇ ਆ। ਇਹ ਮਰਿਆ ਥੋੜ੍ਹਾ ਕੋਈ ਆਪਾ, ਨਾ ਨਾ ਨਾ। ਉਹ ਭਾਈ ਗੁਰਦਾਸ ਜੀ ਕਹਿੰਦੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਇਹ ਗੱਲਾਂ ਨਾ ਨਹੀਂ ਬਲ ਬਣਦੀ, ਇਹ ਤੇ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਤਿੰਨ ਚੀਜ਼ਾਂ ਗੁਰੂ ਨੂੰ ਅਰਪਣ ਕਰਨੀਆਂ ਪੈਂਦੀਆਂ, ਤੇ ਉਹ ਲੈਣੇ ਨੇ ਕਰ ਦਿੱਤੀਆਂ ਨੇ। ਤਨ ਵੀ ਕਰ ਦਿੱਤਾ, ਮਨ ਵੀ ਕਰਤਾ, ਹੱਟੀ ਬੰਦ ਕਰ ਕਰਕੇ ਧਨ ਆਪੇ ਅਰਪਣ ਹੋ ਗਿਆ, ਆਪੇ ਹੋ ਗਿਆ। ਉਹ ਫਿਰ ਭਾਈ ਗੁਰਦਾਸ ਕਹਿੰਦੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਸਾਬਰ ਸਿਦਕ ਸ਼ਹੀਦ ਪਰਮ ਪਉ ਖੋਵਣਾ। ਜਿਹੜਾ ਮਰੀਦ ਹੁੰਦਾ ਹੈ, ਜਿਹੜਾ ਘਾਲਣਾ ਘਾਲਦਾ ਹੈ, ਉਹ ਸਿਦਕਵਾਨ ਵਿਅਕਤੀ ਘਾਲਣਾ ਘਾਲ ਸਕਦਾ ਹੈ, ਆਮ ਵਿਅਕਤੀ ਨਹੀਂ। ਸਾਹਿਬ ਨੇ ਕਿਹਾ ਨਾ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਉਹ ਨਿਮੰਦੇ ਪੈਰ ਨਾ ਰੱਖੇ ਉਹਨ ਕਰ ਸ਼ੁਕਰ ਧਰਮ ਕਮਾਇਆ। ਸਿਦਕ ਪਰਮ ਪਉ ਖੋਵਣਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ। ਉਹ ਆਪਣੇ ਗੁਰੂ ਦਾ ਖਰੀਦਿਆ ਹੋਇਆ ਗੁਲਾਮ ਹੈ, ਗੋਲਾ ਹੈ, ਤੇ ਗੁਰੂ ਨੇ ਉਸ ਨੂੰ ਖਰੀਦਿਆ ਹੋਇਆ ਵਾ, ਤੇ ਉਹਨੇ ਆਪਣੇ ਕਾਰ ਵਿੱਚ ਲਾ ਲਿਆ ਵਾ। ਜਿਹਨੂੰ ਕਹਿੰਦੇ ਮੈਂ ਬੰਦਾ ਬੈ ਖਰੀਦਾ। ਮੈਂ ਆਪਣੇ ਗੁਰੂ ਦਾ ਖਰੀਦਿਆ ਹੋਇਆ ਬੰਦਾ ਵਾਂ, ਮੈਨੂੰ ਹੋਰ ਕੋਈ ਖਰੀਦ ਨਹੀਂ ਸਕਦਾ। ਹੁਣ ਮੈਂ ਬੰਦਾ ਬੈ ਖਰੀਦ।
ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਣੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਮੈਂ ਗੁਰੂ ਦੇ ਬਚਨਾਂ ਤੇ ਗੁਰੂ ਦੀ ਹੱਟੀ ਤੇ ਵਿਖਿਆ ਹੋਇਆ ਵਾਂ, ਤੇ ਜਿੱਥੇ ਹੁਣ ਜਿਹੜਾ ਵਿਖ ਜਾਵੇ ਮੁੜ ਕੇ ਅੱਗੇ ਹੁਜਤ ਨਹੀਂ ਕਰਦਾ, ਉਹਦੀ ਕੋਈ ਨਹੀਂ ਮੁੜ ਕੇ ਹੁਜਤ ਦਲੀਲ ਚੱਲਦੀ, ਉਹ ਵਿਖ ਚੂ ਗਿਆ। ਤੇ ਲਹਿਣਾ ਵਿਖ ਗਿਆ ਗੁਰੂ ਨਾਨਕ ਸਾਹਿਬ ਦੀ ਹੱਟੀ ਤੇ ਹੁਣ 7 ਸਾਲ ਉਹਨਾਂ ਨੇ ਘੱਲਣੀ ਹੈ, ਤੇ 7 ਸਾਲਾਂ ਵਿੱਚ ਕੋਈ ਹੁਜਤ ਨਹੀਂ ਹੈ। ਮੈਂ ਸਵੇਰੇ ਵੀ ਕਿਹਾ ਹੈ ਨਾ ਕਿ ਗੁਰਮਤਿ ਸਾਚੀ ਹੁਜਤ ਦੂਰ। ਤੇ ਖੈਰ ਉਹ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਗੋਲਾ ਮੁੱਲ ਖਰੀਦ ਕਾਰੇ ਜੋਵਣਾ। ਉਹ ਗੁਰੂ ਦਾ ਖਰੀਦਿਆ ਹੋਇਆ ਗੋਲਾ ਮੁੱਲ, ਤੇ ਗੁਰੂ ਨੇ ਉਸ ਨੂੰ ਕਾਰ ਵਿੱਚ ਆਪਣੀ ਲਾਇਆ। ਸਾਹਿਬ ਨੇ ਕਿਹਾ ਨਾ ਬਾਣੀ 'ਚ ਵੀ ਸਤਿਗੁਰੂ ਫਰਮਾਇਆ। ਕੀ ਫਰਮਾਇਆ ਗੁਰਾਂ ਨੇ ਸਾਨੂੰ? ਸਤਿਗੁਰੂ ਫਰਮਾਇਆ ਕਾਰੀਏ ਕਰੇ ਹੋ। ਐ ਸਿੱਖੋ, ਗੁਰੂ ਦਾ ਫਰਮਾਨ ਆਇਆ, ਇੱਕ ਕੰਮ ਕਰੋ। ਮਹਾਰਾਜ ਕਿਹੜਾ ਕੰਮ ਕਰੀਏ? ਸਤਿਗੁਰੂ ਫਰਮਾਇਆ ਕਾਰੀਏ ਕਰੇ ਹੋ। ਗੁਰੂ ਦੁਆਰੇ ਹੋਏ ਗਏ ਸਾਹਿਬ ਸੰਭਾਲੇ ਹੋ। ਬਸ ਗੁਰੂ ਦੇ ਦਰ ਤੇ ਬੈਠ ਕੇ ਗੁਰੂ ਗੁਰੂ ਜਪੋ। ਆਹ ਕਾਰ ਦਸੀ ਹੈ ਗੁਰੂ ਨੇ ਕਰਨ ਵਾਸਤੇ। ਅਸੀਂ ਬਸ ਮੱਥਾ ਟੇਕਿਆ ਤੇ ਉਹ ਭੱਜ ਗਏ। ਆਹ ਸਾਡਾ ਤੇ ਆਹ ਕੰਮ ਬਣਿਆ ਪਿਆ। ਨਹੀਂ, ਉਹ ਭਾਈ ਗੁਰਦਾਸ ਜੀ ਕਹਿੰਦੇ ਲੈਣਾ ਜੀ ਕਿਹੜੀਆਂ ਕਿਹੜੀਆਂ ਘਾਲਣਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਘਾਲਦੇ ਸਨ। ਗੋਲਾ ਮੁੱਲ ਖਰੀਦ ਕਰ, ਗੋਲਾ ਮੁੱਲ ਖਰੀਦ ਕਾਰੇ ਜੋਵਣਾ। ਉਹ ਕਾਰ 'ਚ ਲੱਗ ਗਿਆ ਜਿਹੜਾ ਗੁਰੂ ਕਾ ਹੋ ਗਿਆ। ਭਾਈ ਲਹਿਣਾ ਜੀ ਕਰਤਾਰਪੁਰ ਗੁਰੂ ਕੀ ਕਾਰ ਵਿੱਚ ਲੱਗ ਗਏ। ਮੈਂ ਸਵੇਰੇ ਵੀ ਕਿਹਾ ਸੀ ਵੀ ਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਕੋਈ ਫਾਰਮ ਨਹੀਂ ਸੀ ਖੋਲੇ ਕਿ ਮੱਝਾਂ ਰੱਖੀਆਂ ਸੀ, ਗਾਵਾਂ ਰੱਖੀਆਂ ਸੀ, ਜਿੱਦਾਂ ਅੱਜ ਕੱਲ੍ਹ ਦੇ ਬਾਬਿਆਂ ਨੇ ਤੇ ਗੁਰੂਆਂ ਨੇ ਦੇਹ ਧਾਰੀਆਂ ਨੇ ਰੱਖੀਆਂ ਹੋਈਆਂ ਵਾ, ਤੇ ਚੇਲੇ ਉਹਨਾਂ ਨੂੰ ਪੱਠੇ ਪਾਉਂਦੇ ਨੇ। ਆ ਪਿੱਛੇ ਜੇ ਇੱਕ ਮੇਰੇ ਕੋਲ ਬਜ਼ੁਰਗ ਆਇਆ, ਉਹ ਕਹਿੰਦਾ ਜੀ ਮੈਂ ਰੋਗੀ ਹਾਂ ਤੇ ਮੈਨੂੰ ਕੋਈ ਬਾਬੇ ਦਾ ਚੇਲਾ ਲੈ ਗਿਆ ਬਾਬੇ ਦੇ ਡੇਰੇ, ਤੇ ਇਹ ਤੈਨੂੰ ਬਾਬੇ ਠੀਕ ਕਰ ਦਿੰਦੇ। ਉਹਨੇ ਕਿਹਾ ਵੀ ਤੂੰ ਸਾਡੀਆਂ ਮੱਝਾਂ ਦਾ 24 ਦਿਨ ਗੋਹਾ 40 ਦਿਨ ਗੋਹਾ ਸੁੱਟ ਦੇ, ਤੂੰ ਠੀਕ ਹੋ ਜਾਏਗਾ। ਉਹ ਵਿਚਾਰਾ ਚੰਗਾ ਭਲਾ ਜ਼ਿਮੀਂਦਾਰ, ਉਹ ਬਾਬੇ ਦੇ ਡੇਰੇ ਤੇ ਕਿ ਗੁਰੂ ਦਾ ਦੇਹ ਧਾਰੀ ਗੁਰੂ ਦੇ ਗੋਬਰ ਸੁੱਟਦਾ ਰਿਹਾ। 40 ਦਿਨ ਸੁੱਟਿਆ ਤਾਂ ਪਹਿਲੇ ਨੂੰ ਵੱਧ ਬਿਮਾਰ ਹੋ ਗਿਆ। ਉਹ ਆ ਗਿਆ ਮੇਰੇ ਕੋਲ ਫਿਰ, ਤੇ ਮੈਂ ਕਿਹਾ ਤੈਨੂੰ ਉੱਥੇ ਖੜਿਆ ਕਿੰਨੇ ਆ? ਤੂੰ ਆਹ ਗੁਰੂਦੁਆਰੇ ਤੇ ਸ਼ਾਖਾ ਗੁਰੂ ਕੀ ਪੌੜ ਤੇ ਗੁਰੂ ਗੁਰੂ ਜਪ, ਤੇ ਮੇਰਾ ਵੈਦ ਗੁਰੂ ਗੋਬਿੰਦਾ। ਮੇਰੇ ਮਨ ਜਪੀਏ ਹਰ ਭਗਵੰਤਾ, ਮੇਰੇ ਮਨ ਜਪੀਏ ਹਰ ਭਗਵੰਤਾ। ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਜਾਂ ਕੇ ਘਰ ਸਭ ਕਿਛ ਹੈ ਭਾਈ, ਨੌ ਨਿਧ ਪਰੇ ਭੰਡਾਰ। ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਗਾਮਿ ਅਪਾਰ। ਉਹ ਫਿਰ ਮੈਂ ਕਹਿ ਰਿਹਾ ਸੀ ਵੀ ਗੋਲਾ ਮੁੱਲ ਖਰੀਦ ਕਾਰੇ ਜੋਵਣਾ। ਕਿਹੜੀਆਂ ਕਿਹੜੀਆਂ ਘਾਲਣਾ ਗੁਰੂ ਨਾਨਕ ਸਾਹਿਬ ਦੇ ਦਰ ਤੇ ਕਰਤਾਰਪੁਰ ਦੀ ਧਰਤੀ ਤੇ ਲਹਿਣੇ ਨੇ ਘਾਲੀਆਂ। ਸਾਡਾ ਇਹ ਵੀ ਸਾਜਦਾ ਹੈ। ਤੇ ਮਰੀਦ ਦੀ ਨਿਸ਼ਾਨੀ ਕੀ ਆ? ਸੇਵਕ ਦੀ ਨਿਸ਼ਾਨੀ ਕੀ ਆ? ਨਾ ਤਿਸ ਨੀਂਦ ਨਾ ਭੁੱਖ, ਖਾਣਾ ਸੋਵਣਾ। ਨਾ ਤਿਸ ਭੁੱਖ ਨਾ ਨੀਂਦ, ਖਾਣਾ ਸੋਵਣਾ। ਤੇ ਜਿਹੜੇ ਮਰੀਦ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਭੁੱਖ ਵੀ ਨਹੀਂ ਲੱਗਦੀ, ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ। ਇਹ ਹੈ ਇਸ ਤਰ੍ਹਾਂ ਦੀ ਬਾਤ ਹੈ। ਉਹ ਸੇਵਕੀ ਕਾਹਦਾ ਜਿਹੜਾ ਬੇਪਰਵਾਹ ਹੋ ਕੇ ਸੌਂ ਗਿਆ, ਉਹ ਸੇਵਕੀ ਕਾਹਦਾ? ਨਾ ਤਿਸ ਭੁੱਖ ਨਾ ਨੀਂਦ,
न खाना सौवना। ਇਹ ਸੇਵਕ ਦੀਆਂ ਨਿਸ਼ਾਨੀਆਂ ਨੇ ਜਿਹੜੇ ਪ੍ਰਾਤਨ ਗੁਰੂ ਕੇ ਨਾਲ ਰਹਿੰਦੇ ਸੀ। ਸਿੱਖ ਉਹ ਇਹ ਘਾਲਣਾ ਘਾਲਦੇ ਹੁੰਦੇ ਸੀ। ਅੱਗੇ ਸੁਣਿਓ ਸ਼੍ਰੀ ਲਹਿਣਾ ਜੀ ਨੇ ਕਿਹੜੀਆਂ ਕਿਹੜੀਆਂ ਘਾਲਣਾ ਕਰਤਾਰਪੁਰ ਸਾਹਿਬ ਘਾਲੀਆਂ। ਪੀਹਣ ਹੋਏ ਜਦੀਦਾ। ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਸ਼੍ਰੀ ਲਹਿਣਾ ਜੀ ਨੂੰ ਧਰਮਸਾਰ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਇਹ ਨਹੀਂ ਕਿ ਖੇਤੀਆਂ ਵੱਢ ਲਾ ਤੂੰ, ਨਾ ਨਾ, ਇਹੋ ਜਿਹੇ ਕੰਮ ਨਹੀਂ ਸੀ। ਬਾਬਾ ਲਹਿਣਾ ਜੀ ਧਰਮ ਕਮਾਉਣ ਗਏ ਸੀ ਧਰਮਸ਼ਾਲਾ 'ਚ। ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਇਹ ਅੱਜ ਲੋਭੀਆਂ ਦੇ ਕੋਲ ਧਰਮ ਆ ਗਿਆ ਤੇ ਕਹਿੰਦੇ ਬਾਬਾ ਇਹ ਖੇਤੀਆਂ ਹੀ ਕਰਦਾ ਰਿਹਾ ਕਰਤਾਰਪੁਰ। ਤੇ ਜਿੱਦਣ ਬਾਪੂ ਜੀ ਨੇ ਕਿਹਾ ਸੀ ਉਦਣ ਦਾ ਖੇਤੀ ਕੀਤੀ ਨਾ ਸ਼੍ਰੀ ਗੁਰੂ ਨਾਨਕ ਸਾਹਿਬ ਨੇ। ਜੇ ਵਪਾਰ ਕਰਨ ਗਏ ਤੇ ਉਹ ਵੀ ਨਾ ਕੀਤਾ, ਜੇ ਹੱਟੀ ਤੇ ਬਿਠਾਇਆ ਤੇ ਹੱਟੀ ਵੀ ਨਾ ਚਲਾਈ। ਤੇ ਹੁਣ ਕਰਤਾਰਪੁਰ ਸਾਹਿਬ ਕਿਹੜੀਆਂ ਖੇਤੀਆਂ ਆਉਣ ਲੱਗ ਪਈਆਂ, ਕਿਹੜੀਆਂ ਖੇਤੀਆਂ ਆਉਣ ਲੱਗ ਪਈਆਂ। ਉੱਥੇ ਤਾਂ ਖੇਤੀ ਹੁਣ ਵੀ ਨਹੀਂ ਹੁੰਦੀ। ਸਾਹਿਬ ਕਹਿੰਦੇ ਨੇ ਲਹਿਣੇ ਨੂੰ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਹੋਈ ਹੈ। ਤੇ ਲਹਿਣਾ ਕਰਦਾ ਕੀ ਹੈ, ਕਿਹੜੀ ਘਾਲਣਾ ਘਾਲਦਾ ਹੈ। ਪੀਹਣ ਹੋਏ ਜਦੀਦਾ। ਤੇ ਰੋਜ਼ ਆਟਾ ਪੀਣਾ ਹੈ ਚੱਕੀ ਨਾਲ। ਇਹ ਲਹਿਣੇ ਦੀ ਡਿਊਟੀ ਹੈ। ਹਾਲਾਂਕਿ ਉਸ ਕਰਤਾਰਪੁਰ ਸਾਹਿਬ ਧਰਮਸ਼ਾਲਾ ਵਿੱਚ ਬਾਬਾ ਬੁੱਢਾ ਜੀ ਵੀ ਰਹਿੰਦੇ ਨੇ, ਭਾਈ ਸਧਾਰਨ ਜੀ ਵੀ ਰਹਿੰਦੇ ਨੇ, ਸੰਗਤਾਂ ਵੀ ਆਉਂਦੀਆਂ ਜਾਂਦੀਆਂ ਨੇ ਤੇ ਉੱਥੇ ਸਤਸੰਗ ਹੁੰਦਾ ਹੈ। ਤੇ ਹੁਣ ਜਿੱਥੇ ਸੰਗਤ ਆਉਂਦੀ ਆ ਧਰਮਸ਼ਾਲਾ ਵਿੱਚ, ਉੱਥੇ ਰੋਟੀ ਪਾਣੀ ਵੀ ਚਾਹੀਦਾ, ਉੱਥੇ ਸਾਂਭ ਸੰਭਾਲ ਵੀ ਚਾਹੀਦੀ, ਉੱਥੇ ਬੰਦਾ ਵੀ ਚਾਹੀਦਾ। ਤੇ ਗ੍ਰੰਥੀ ਦੀ ਡਿਊਟੀ ਬਾਬਾ ਬੁੱਢਾ ਜੀ ਦੀ ਆ ਕਰਤਾਰਪੁਰ ਸਾਹਿਬ। ਤੇ ਬਾਕੀ ਸਾਰੀ ਸੰਭਾਲ ਦੀ ਡਿਊਟੀ ਸ਼੍ਰੀ ਲਹਿਣਾ ਜੀ ਦੀ ਹੈ। ਤੇ ਲਹਿਣਾ ਕਿਹੜੀਆਂ ਘਾਲਣਾ ਘਾਲਦਾ। ਪੀਹਣ ਹੋਏ ਜਦੀਦਾ। ਚੱਕੀ 'ਚ ਆਟਾ ਪੀਣਾ। ਪੀਹਣ ਹੋਏ ਜਦੀਦਾ। ਪਾਣੀ ਢੋਵਣਾ। ਤੇ ਖੂਹ 'ਚੋਂ ਪਾਣੀ ਕੱਢ ਕੱਢ ਕੇ ਲਿਆਉਣਾ। ਆਟਾ ਪੀਣਾ। ਤੇ ਇਹ ਤੋਂ ਇਲਾਵਾ ਹੋਰ ਜਿੰਨੀਆਂ ਵੀ ਭਾਈ ਗੁਰਦਾਸ ਨੇ ਲਿਖਿਆ ਵਾ ਵੀ ਗੁਰਸਿੱਖਾਂ ਗੁਰਸਿੱਖ ਸੇਵ ਸੇਵਾ ਲਾਇਆ। ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ। ਤੱਪੜ ਝਾੜ ਵਿਛਾਏ। ਧਰਮਸ਼ਾਲਾ ਵਿੱਚ ਕਿਹੜੀਆਂ ਕਿਹੜੀਆਂ ਡਿਊਟੀਆਂ ਹੁੰਦੀਆਂ ਤੇ ਲਹਿਣਾ ਜੀ ਕਿਹੜੀਆਂ ਕਿਹੜੀਆਂ ਕਰਦੇ ਸੀ। ਤੱਪੜ ਝਾੜ ਵਿਛਾਏ। ਤੱਪੜ ਹੁੰਦੇ ਸੀ, ਉਹ ਝਾੜਨੇ, ਸੁੱਕਣੇ ਪਾਉਣੇ, ਫਿਰ ਉਹਨਾਂ ਨੂੰ ਇਕੱਠੇ ਕਰਕੇ ਅੰਦਰ ਰੱਖਣਾ, ਫਿਰ ਅੰਦਰ ਧਰਮਸ਼ਾਲਾ ਦੇ ਵਿਛਾਉਣਾ। ਸੰਗਤਾਂ ਨੇ ਬੈਠਣਾ, ਗੁਰੂ ਨਾਨਕ ਸਾਹਿਬ ਨੇ ਬੈਠ ਕੇ ਬਚਨ ਕਰਨੇ। ਤੱਪੜ ਝਾੜ ਵਿਛਾਏ। ਤੂੜੀ ਨਾਇਆ। ਕੋਰੇ ਮੱਟ ਆਣਾਏ। ਨੀਰ ਪਵਾਇਆ। ਤੇ ਉੱਥੇ ਆਈ ਸੰਗਤ ਵਾਸਤੇ ਘੜੇ ਰੱਖੇ ਜਾਂਦੇ ਸੀ ਪਾਣੀ ਵਾਸਤੇ। ਹੁਣ ਤੇ ਟੈਂਕੀਆਂ ਨੇ ਤੇ ਬਟਨ ਨੱਪੋ ਤੇ ਟੈਂਕੀ ਭਰ ਜਾਂਦੀ ਆ। ਇਹ ਉਦੋਂ ਇਹ ਸਾਧਨ ਨਹੀਂ ਸੀ। ਉਦੋਂ ਫਿਰ ਘਾਲਣਾ ਘਾਲਣੀਆਂ ਪੈਂਦੀਆਂ ਸੀ। ਤੇ ਕੋਰੇ ਮੱਟ ਅਣਾਏ। ਨੀਰ ਪਵਾਇਆ। ਤੇ ਖੂਹ ਵਿੱਚੋਂ ਪਾਣੀ ਕੱਢਣਾ ਤੇ ਉੱਥੇ ਆਈ ਗਈ ਸੰਗਤ ਦੇ ਨਹਾਉਣ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ, ਭਾਂਡੇ ਧੋਣ ਵਾਸਤੇ ਪ੍ਰਬੰਧ ਕਰਨਾ। ਤੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਇਸ਼ਨਾਨ ਦਾ ਪ੍ਰਬੰਧ ਵੀ ਕਰਨਾ। ਕਿਉਂਕਿ ਗੁਰੂ ਨਾਨਕ ਸਾਹਿਬ ਜਦੋਂ ਇੱਥੇ ਰਹਿੰਦੇ ਸੀ ਨਾ ਕਰਤਾਰਪੁਰ, ਤੇ ਉੱਥੇ ਉਹਨਾਂ ਦਾ ਟੱਬਰ ਨਹੀਂ ਸੀ ਰਹਿੰਦਾ, ਪਰਿਵਾਰ ਨਹੀਂ ਸੀ ਰਹਿੰਦਾ ਉੱਥੇ। ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਨੇ ਇਹਨਾਂ ਦੀ ਪਰਿਵਾਰਾਂ ਨਾਲ ਬਹੁਤੀ ਬਣਦੀ ਨਹੀਂ ਹੈ, ਬਹੁਤੀ ਨੇੜਤਾ ਨਹੀਂ ਹੁੰਦੀ। ਸਭ ਨੇ ਕਿਹਾ ਨਾ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਿਉਂ? ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ।
जिन्ने धरती ते महापुरख होए ने उन्हां चों बहुते इस तरह ही होए ने, ਉਹ ਟੱਬਰ ਤੋਂ ਰਹਿ ਕੇ ਵੱਖਰੇ ਹੋ ਕੇ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ ਹੈ। ਹੁਣ ਉੱਥੇ ਕੋਈ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਨਹੀਂ ਰਹਿੰਦਾ, ਉੱਥੇ ਸੇਵਕ ਰਹਿੰਦੇ ਨੇ, ਸੰਗਤਾਂ ਆਉਂਦੀਆਂ ਜਾਂਦੀਆਂ ਨੇ। ਤੇ ਵੱਡੇ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸ਼੍ਰੀ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਇਸ਼ਨਾਨ ਦਾ ਪ੍ਰਬੰਧ ਕਰਨਾ, ਪਾਣੀ ਲਿਆਉਣਾ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ 12 ਸਾਲ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਂਦੇ ਰਹੇ। ਹਾਲਾਂਕਿ ਉਮਰ ਕਰਕੇ ਗੁਰੂ ਅੰਗਦ ਸਾਹਿਬ ਛੋਟੇ ਨੇ ਤੇ ਗੁਰੂ ਅਮਰਦਾਸ ਜੀ ਵੱਡੇ ਨੇ, ਪਰ ਇਹ ਮਰਜ਼ਾਦਾ ਵਾ। ਸੇਵਾ ਚੇਲੇ ਨੇ ਕਰਨੀ ਆ, ਗੁਰੂ ਨੇ ਨਹੀਂ ਕਰਨੀ। ਨਾ 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 ਨਾ। ਉਹ ਕੋਈ ਕਹਿੰਦੇ ਆ ਨਾ ਵੀ ਕੋਈ ਚਲ ਗਿਆ ਕਿ ਬਾਬੇ ਕੋ ਐ ਸਾਨੂੰ ਕੋਈ ਸੇਵਾ ਦੇ ਦਿਓ ਜੀ। ਕੋਈ ਚੇਲਾ ਪੈ ਗਿਆ ਕਿ ਬਾਬੇ ਦਾ ਐ ਕੋਈ ਸੇਵਾ ਦੇ ਦਿਓ ਜੀ। ਉਹ ਕਹਿੰਦੇ ਇੱਦਾਂ ਵੀ ਮੈਂ ਦੁਪਹਿਰੇ ਵਿਸ਼ਰਾਮ ਕਰਨਾ ਹੁੰਦਾ ਤੇ ਮੱਖੀਆਂ ਮੱਛਰ ਬੜਾ ਤੰਗ ਕਰਦੇ, ਤੂੰ ਮੈਨੂੰ ਪੱਖਾ ਝੱਲ ਦਿਆ ਕਰ। ਉਹਨੇ ਆਖਿਆ 7 ਬਚਨ ਜੀ। ਤੇ ਹੁਣ ਗੁਰੂ ਸੌਂ ਜਿਆ ਕਰੇ ਦੁਪਹਿਰਾ, ਚੇਲੇ ਨੂੰ ਪੈ ਗਿਆ ਪੰਗਾ। ਗੁਰੂ ਨੇ ਤਾਂ ਰੋਟੀ ਪਾਣੀ ਖਾਣਾ, ਸੌਂ ਜਾਣਾ। ਉਦੋਂ ਪੱਖੇ ਨਹੀਂ ਹੁੰਦੇ, ਪੱਖੇ ਦੀ ਤਾਕੀਦ, ਪੱਗ ਮਲ ਧੋਵਣਾ, ਇਹ ਵੀ ਮਰਜ਼ਾਦਾ ਸੀ ਵੀ ਧਰਮਸ਼ਾਲਾ 'ਚ ਆਈ ਸੰਗਤ ਨੂੰ ਪੱਖਾ ਚੱਲਣਾ। ਉਹ ਗੁਰੂ ਨੇ ਸੌਂ ਜਿਆ ਕਰਨਾ ਦੁਪਹਿਰੇ ਰੋਟੀ ਪਾਣੀ ਖਾ ਕੇ, ਤੇ ਚੇਲੇ ਨੇ ਪੱਖਾ ਝੱਲਣਾ ਸ਼ੁਰੂ ਕਰਨਾ। ਉਹ ਥੋੜ੍ਹੇ ਦਿਨ ਤੇ ਝੱਲਿਆ ਤੇ ਬੜਾ ਦੁਖੀ ਹੋ ਗਿਆ ਚੇਲਾ। ਦੁਖੀ ਹੋ ਗਏ ਹਜ਼ੂਰ ਸਾਹਿਬ ਜਾ ਕੇ। ਇਹ ਨਹੀਂ ਹੁਣ ਛੇਤੀ ਕੀਤਾ ਹਜ਼ੂਰ ਸਾਹਿਬ ਦਾ ਨਾਂ ਲੈਂਦੇ ਜਿਹੜੇ ਰੋਣ ਦੇ ਨੇ ਹੁਣ ਉੱਥੇ ਬੈਠੇ। ਤੇ ਉੱਥੋਂ ਮੈਨੂੰ ਪਤਾ ਲੱਗਾ ਵੀ ਬੱਸਾਂ 'ਤੇ ਤੁਰ ਪਏ ਨੇ, ਐਨ ਸਰਕਾਰੀ ਬੱਸਾਂ 'ਤੇ। ਇੰਨੀਆਂ ਖੁਸ਼ੀਆਂ ਉਹ ਵੀ ਨਹੀਂ ਮਨਾਉਂਦੇ ਜਿਨ੍ਹਾਂ ਨੂੰ ਉਮਰ ਕੈਦ ਹੋਏ ਨਾ ਤੇ ਜੇਲ੍ਹ 'ਚੋਂ ਘਰਾਂ ਨੂੰ ਆਉਂਦੇ ਆ ਨਾ। ਇੰਨੀਆਂ ਖੁਸ਼ੀਆਂ ਨਹੀਂ ਉਹ ਮਨਾਉਂਦੇ ਜਿੰਨੀਆਂ ਇਹ ਖੁਸ਼ੀਆਂ ਮਨਾਉਂਦੇ ਹਜ਼ੂਰ ਸਾਹਿਬ ਤੋਂ ਭੱਜ ਕੇ ਆਉਣ ਦੇ ਜਿਹੜੇ ਭਗੌੜੇ। ਗੱਲਾਂ ਤਾਂ ਬੜੀਆਂ ਕਰਦੇ ਸੀ। ਹੁਣ ਭਗੌੜਿਆਂ ਨੂੰ ਪਤਾ ਲੱਗ ਗਿਆ ਨਾ ਕਿ ਮੋਹ ਕੀ ਹੁੰਦਾ ਤੇ ਟੱਬਰ ਕੀ ਹੁੰਦਾ, ਪਰਿਵਾਰ ਕੀ ਹੁੰਦਾ ਹੈ। ਤੇ ਜਾਣ ਵਿੱਚ ਜਾਨ ਪਾਈ ਜੇ ਉਹ ਪੰਜਾਬ ਨੂੰ। ਉੱਥੋਂ ਤੁਰ ਗਏ ਨਹੀਂ ਤੇ ਮਰ ਚੱਲੇ ਸੀ ਉੱਥੇ ਬੈਠੇ ਹੀ। ਇਹ ਆ ਮੋਹ। ਮਾਈਆਂ ਬੈਠੀਆਂ ਰੋਂਦੀਆਂ, ਪੋਤਰਿਆਂ ਨੂੰ ਨਹੀਂ ਸਾਨੂੰ ਮਿਲਣ ਹੁੰਦਾ। ਲੈ ਕੈਸੀਆਂ ਬਾਤਾਂ। ਉਹ ਗੁਰੂ ਸੌਂ ਜਾ ਕਰੇ, ਚੇਲਾ ਪੱਖਾ ਚੱਲੇ। ਉਹਨੇ ਥੋੜ੍ਹੇ ਦਿਨ ਤੇ ਚੱਲਿਆ। ਉਹਨੇ ਆਖਿਆ ਯਾਰ ਮੁਸ਼ਕਿਲ ਬੜੀ ਬਣ ਗਈ ਹੈ ਤੇ ਆਪ ਸੌਂ ਜਾਂਦਾ ਤੇ ਮੈਨੂੰ ਪੰਗਾ ਪਾਤਾ ਨੇ। ਉਹ ਫਿਰ ਇਹਦੇ ਲੰਮਾ ਪਿਆ ਤੇ ਪੱਖਾ ਝੱਲਣ ਦਿਆ ਚੇਲਾ, ਤੇ ਨਾਲੇ ਪੜ੍ਹੀ ਜਾਵੇ ਐ ਸਵੇਰੇ ਉੱਠ ਕੇ ਨਹਾਇਆ ਕਰੋ, ਮੱਖੀਆਂ ਡਾਉਣ ਦੀ ਲੋੜ ਕੋਈ ਨਹੀਂ, ਗੁੜ ਥੋੜ੍ਹਾ ਖਾਇਆ ਕਰੋ। ਵੀ ਤੂੰ ਤੇ ਗੁੜ ਖਾ ਕੇ ਸੌਂ ਜਾਣਾ, ਮੱਖੀਆਂ ਲੜਦੀਆਂ ਤੇ ਸਿਆਪਾ ਤੂੰ ਗੁੜ ਨਾ ਖਾ ਤੇ ਨਾ ਮੈਨੂੰ ਸਿਆਪਾ ਬਈ ਮੱਖੀਆਂ ਡਾਉਣ ਦਾ। ਇਹ ਗੱਲਾਂ ਕਰਨੀਆਂ ਸਿਖਾਲੀਆਂ ਨੇ। ਜਦੋਂ ਕਿਤੇ ਘਾਲਣੀ ਪੈ ਜੇ ਨਾ ਮੁਰਸ਼ਦ ਦੇ ਸਾਹਮਣੇ, ਫਿਰ ਪਤਾ ਲੱਗਦਾ ਕੀ ਹੁੰਦੀ ਹੈ ਘਾਲਣਾ। ਇਹ ਸ਼੍ਰੀ ਲਹਿਣਾ ਜੀ ਅੰਮ੍ਰਿਤ ਵੇਲੇ, ਵੱਡੇ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਇਸ਼ਨਾਨ ਦਾ ਪ੍ਰਬੰਧ ਕਰਦੇ ਨੇ। ਇਸ਼ਨਾਨ ਕਰਾਉਣਾ, ਫਿਰ ਧਰਮਸ਼ਾਲਾ ਨੂੰ ਸਾਫ਼ ਕਰਨਾ, ਫਿਰ ਆਪ ਇਸ਼ਨਾਨ ਕਰਨਾ ਸ਼੍ਰੀ ਲਹਿਣਾ ਜੀ ਨੇ। ਤੇ ਬਾਬਾ ਬੁੱਢਾ ਜੀ ਨੇ ਫਿਰ ਪਾਠ ਕਰਨਾ, ਮਾਫ਼ ਕਰਨਾ, ਨਾਮ ਜਪਣਾ ਧਰਮਸ਼ਾਲਾ 'ਚ ਬੈਠ ਕੇ। ਆਹ ਸਭ ਤੋਂ ਵੱਡਾ ਮੁਸ਼ਕਿਲ ਕੰਮ ਆ, ਧਰਮਸ਼ਾਲਾ 'ਚ ਬਹਿਣਾ ਤੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਇਹ ਸਭ ਤੋਂ ਵੱਡੀ ਮੁਸ਼ਕਿਲ ਕੰਮ ਆ। ਆਖਣੇ ਔਖਾ ਸਾਚਾ ਨਾਉ। ਤੇ ਭਾਈ ਗੁਰਦਾਸ ਨੇ ਕਰਤਾਰਪੁਰ ਸਾਹਿਬ ਦੀ ਮਰਜ਼ਾਦਾ ਦੱਸੀ ਵੀ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਵਿੱਚ ਹੁੰਦਾ ਸੀ ਕੀ ਸੀ। ਸੋ ਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ, ਸੋ ਦਰ ਆਰਤੀ ਗਾਵੀਏ। ਸੋਦਰ ਆਰਤੀ, ਸ਼ਾਮਾਂ ਸਾਨੂੰ ਸੰਧਿਆ ਸਮੇਂ ਆਰਤੀ ਦੇ ਪਾਠ ਹੋਣਾ।
ਸੋਦਰ ਰਹਿ ਰਸ ਦਾ ਪਾਠ ਤੇ ਆਰਤੀ ਦਾ ਪਾਠ ਸ਼ਾਮਾਂ ਨੂੰ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਵਿੱਚ ਹੋਣਾ। ਬਾਬਾ ਬੁੱਢਾ ਜੀ ਨੇ ਕਰਨਾ ਤੇ ਲਹਿਣਾ ਜੀ ਉੱਥੇ ਬੈਠ ਕੇ ਸੁਣਦੇ ਹੁੰਦੇ ਸਨ। ਤੇ ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਬਾ ਬੁੱਢਾ ਜੀ, ਭਾਈ ਸੁਧਾਰਨ ਜੀ, ਸ੍ਰੀ ਲਹਿਣਾ ਜੀ ਤੇ ਗੁਰੂ ਨਾਨਕ ਸਾਹਿਬ ਧਰਮਸ਼ਾਲਾ 'ਚ ਬੈਠ ਜਾਂਦੇ ਨੇ ਤੇ ਸਿਮਰਨ ਕਰਦੇ ਨੇ। ਤੇ ਫਿਰ ਬਾਬਾ ਬੁੱਢਾ ਜੀ ਸਿਮਰਨ ਤੋਂ ਬਾਅਦ ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਇਹ ਕਈ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ। ਹਾਂ ਠੀਕ ਆ, ਪਹਿਲੇ, ਪਰ ਕਰਤਾਰਪੁਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਨੇ। ਇਹਨਾਂ ਨੂੰ ਗ੍ਰੰਥੀ ਥਾਪਿਆ ਸੀ ਗੁਰੂ ਨਾਨਕ ਸਾਹਿਬ ਜੀ ਨੇ। ਇਹ ਫਿਰ ਬਾਬਾ ਬੁੱਢਾ ਜੀ ਉੱਥੇ ਪਾਠ ਕਰਦੇ ਨੇ ਧਰਮਸ਼ਾਲਾ ਜਪਜੀ ਸਾਹਿਬ ਦਾ। ਤੇ ਦਿਨ ਚੜ੍ਹੇ ਫਿਰ ਗੁਰੂ ਨਾਨਕ ਸਾਹਿਬ ਜੀ ਆਈਆਂ ਸੰਗਤਾਂ ਨੂੰ ਕਥਾ ਸੁਣਾਉਂਦੇ ਨੇ। ਤੇ ਲਹਿਣਾ ਉੱਥੇ ਚੌਰ ਬਰਦਾਰ ਹੈ। ਆ ਅਸੀਂ ਲੈਣੇ ਦੀ ਸੇਵਾ, ਆ ਅਸੀਂ ਘਾਲਣਾ। ਗੁਰੂ ਨਾਨਕ ਸਾਹਿਬ ਦਾ ਚੌਰ ਕਰਨਾ, ਸੰਗਤਾਂ ਨੂੰ ਕਥਾ ਸੁਣਾਉਣੀ ਸ੍ਰੀ ਗੁਰੂ ਨਾਨਕ ਸਾਹਿਬ ਨੇ। ਤੇ ਫਿਰ ਲਹਿਣਾ ਜੀ ਨੇ ਉੱਥੇ ਚੌਰ ਕਰਨਾ। ਫਿਰ ਭੋਗ ਪੈਣਾ, ਕਥਾ ਦਾ ਭੋਗ ਪੈਣਾ ਤੇ ਦੇਗ ਵਰਤਾਈ ਜਾਣੀ। ਤੇ ਫਿਰ ਆਈਆਂ ਜਿਹੜੀਆਂ ਉੱਥੇ ਸੰਗਤਾਂ ਆਈਆਂ ਉਹਨਾਂ ਦੇ ਜਲ ਪਾਣੀ ਦਾ ਪ੍ਰਬੰਧ ਕਰਨਾ। ਇਹ ਸਾਰੀ ਜ਼ਿੰਮੇਵਾਰੀ ਸ੍ਰੀ ਲਹਿਣਾ ਜੀ ਦੀ ਹੈ। ਲੰਗਰ ਤਿਆਰ ਕਰਨਾ, ਲੰਗਰ ਵਰਤਾਉਣਾ, ਇਹ ਘਾਲਣਾ ਸੀ ਜੋ ਘਾਲਦੇ ਰਹੇ। 7 ਸਾਲ ਘਾਲਦੇ ਰਹੇ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦਰ ਤੇ ਸ੍ਰੀ ਲਹਿਣਾ ਜੀ। ਪੀਣ ਹੋਏ ਜਦੀਦ ਪਾਣੀ ਢੋਵਣਾ, ਕੋਰੇ ਮੱਟ ਅਨਾਏ ਨੀਰ ਪਵਾਇਆ। ਇਹ ਫਿਰ ਇਸ ਤਰ੍ਹਾਂ 7 ਸਾਲ ਚੱਲਦੀ ਰਹੀ ਕਿਰਿਆ। ਕਦੀ ਕਦੀ ਰਾਤ ਨੂੰ ਆਖਣਾ, ਇੱਕ ਇਤਿਹਾਸ ਬੋਲਦਾ ਵੀ ਇੱਕ ਰਾਤ, ਅੱਧੀ ਰਾਤ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲਹਿਣਾ ਜੀ ਸਵੇਰੇ ਅਸੀਂ ਸੰਗਤ ਵਿੱਚ ਬੈਠਣਾ ਵਾ ਤੇ ਸਾਡਾ ਚਾਦਰਾ ਮੈਲਾ ਵਾ, ਇਸ ਨੂੰ ਧੋ ਕੇ ਲਿਆਓ। ਅੱਧੀ ਰਾਤ ਦਾ ਸਮਾਂ ਹੁਕਮ ਹੋ ਗਿਆ। ਇਹ ਨਹੀਂ ਆਖਿਆ ਕਿ ਬਾਬਾ ਜੀ ਸਵੇਰੇ ਦਿਨ ਚੜ੍ਹਨਾ ਵਾ ਧੋ ਦਿਆਂਗੇ, ਕੋਈ ਗੱਲ ਨਹੀਂ। ਨਹੀਂ 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 ਨਹੀਂ, ਤਿਸ ਨਾਲ ਸਿਆਣਪ ਨਾ ਚੱਲੇ, ਨਾ ਹੁਜਤ ਕਰਨੀ ਜਾਏ। ਅੱਧੀ ਰਾਤ ਹੀ ਚਾਦਰਾ ਧੋਣ ਤੁਰ ਗਏ ਸ੍ਰੀ ਲਹਿਣਾ ਜੀ। ਇਹ ਵੀ ਇਤਿਹਾਸ ਦੱਸਦਾ ਵੀ ਇੱਕ ਵਾਰੀ ਬੜਾ ਮੀਂਹ ਪਿਆ, ਮੀਂਹ ਹਟੇ ਨਾ, ਝੜੀਆਂ ਲੱਗ ਗਈਆਂ ਤੇ ਧਰਮਸ਼ਾਲਾ ਦੀ ਕੰਧ ਜਿਹੜੀ ਸੀ ਨਾ ਉਹ ਇੱਕ ਪਾਸਿਓਂ ਡਿੱਗ ਪਈ। ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਲਹਿਣਾ ਜੀ ਕੰਧ ਕਰੋ। ਹੁਣ ਕੱਚੀ ਕੰਧ, ਉੱਤੋਂ ਮੀਂਹ ਪੈ ਰਿਹਾ, ਕੱਚੀ ਕੰਧ ਕਿਵੇਂ ਹੋਊਗੀ? ਕਹਿੰਦੇ ਲਹਿਣਾ ਜੀ ਕੱਚੀ ਕੰਧ ਕਰਨ ਲੱਗ ਪਏ, ਉੱਤੋਂ ਮੀਂਹ ਪੈਂਦੇ ਤੇ। ਇਹ ਸੀ ਘਾਲਣਾ ਸ੍ਰੀ ਲਹਿਣਾ ਜੀ ਦੀ, ਜਿਹੜੀ ਉਹਨਾਂ ਨੇ 7 ਸਾਲ ਘਾਲੀ। ਪਵੇ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਕਾਲੀ। ਕਿਉਂਕਿ ਗੁਰਸਿੱਖੀ ਵਿੱਚ ਜਿਹੜਾ ਤਪ ਵਾ ਨਾ ਸਿੱਖਾਂ ਵਾਸਤੇ, ਉਹ ਗੁਰੂ ਕੀ ਸੇਵਾ ਵਾ। ਸੋ ਤਪਾ ਜੇ ਇਹ ਤਪ ਕਾਲੇ, ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹ ਤਪ ਪਰਵਾਨ, ਨਾਨਕ ਸੋ ਤਪਾ ਦਰਗੇ ਪਾਵੈ ਮਾਣ। ਸੋ ਤਪਾ ਜੇ ਇਹ ਤਪ ਘਾਲੇ, ਸਤਿਗੁਰੂ ਨੂੰ ਮਿਲੇ ਸ਼ਬਦ ਸੰਭਾਲੇ। ਸਭ ਤੋਂ ਵੱਡੀ ਸੇਵਾ ਜਿਹੜੀ ਆ ਉਹ ਜਪ ਵਾ। ਇਹ ਲਹਿਣੇ ਨੇ 7 ਸਾਲ ਕੀਤਾ ਕਰਤਾਰਪੁਰ ਸਾਹਿਬ। ਸੋ ਤਪਾ ਜੇ ਤਪ ਘਾਲੇ, ਸਤਿਗੁਰੂ ਨੂੰ ਮਿਲੇ ਸ਼ਬਦ ਸੰਭਾਲੇ। ਸਤਿਗੁਰੂ ਨੂੰ ਮਿਲ ਕੇ ਸ਼ਬਦ ਨੂੰ ਜਪਣਾ। ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ, ਨਾਨਕ ਸੋ ਤਪਾ ਦਰਗੇ ਪਾਵੇ ਮਾਨ। ਫਿਰ ਜਿਹੜਾ ਇਸ ਤਰ੍ਹਾਂ
ਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲਦਾ ਹੈ। ਜਿਸ ਤਰ੍ਹਾਂ 12 ਸਾਲ ਗੋਂਦਵਾਲ ਖਡੂਰ ਸਾਹਿਬ ਗੁਰੂ ਅਮਰਦਾਸ ਨੇ ਘਾਲੀ ਆ, ਭਾਈ ਜੇਠਾ ਜੀ ਨੇ ਗੋਂਦਵਾਲ ਸਾਹਿਬ ਘਾਲੀ ਆ, ਇਸੇ ਤਰ੍ਹਾਂ 7 ਸਾਲ ਗੁਰੂ ਨਾਨਕ ਦਰ ਦੇ ਉੱਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਲਹਿਣਾ ਜੀ ਘਾਲਣਾ ਘਾਲਦੇ ਨੇ। ਸਮਾਂ ਆ ਗਿਆ, ਕਿਉਂਕਿ ਸਾਰੀ ਜ਼ਿੰਦਗੀ ਘਾਲਣਾ ਨਹੀਂ ਘਾਲੀਆਂ ਜਾਂਦੀਆਂ, ਕਦੀ ਕੁਛ ਫਲ ਵੀ ਮਿਲ ਜਾਂਦਾ ਹੈ। ਸਦਾ ਪਾਣੀ ਤੇ ਗੋਡੀਆਂ ਨਹੀਂ ਕਰੀਦੀਆਂ, ਕਦੀ ਕਦੀ ਫਲ ਤੇ ਫੁੱਲ ਵੀ ਲੱਗ ਜਾਂਦੇ ਨੇ। ਸਾਹਿਬ ਨੇ ਤੇ ਇੱਥੋਂ ਤੱਕ ਵੀ ਕਿਹਾ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਜਿਹਨੂੰ ਕਹਿੰਦੇ ਇੱਕ ਤਿਲ ਨਹੀਂ ਪਲਨੇ ਘਾਲੇ, ਉਹ ਫਿਰ ਜਦੋਂ ਕਾਲ ਜਿਹੜੇ ਅਸੀਂ ਦੁਨੀਆ ਦੀਆਂ ਘਾਲਣਾ ਘਾਲਦੇ ਨਾ, ਸਾਹਿਬ ਨੇ ਕਹਿੰਦੇ ਨੇ ਕਾਲ ਅਣਕ ਬਹੁਤ ਪਛਤਾਵੇ, ਬਿਨ ਹਰ ਕਹਾਂ ਥਿਤ ਪਾਵੇ। ਇਹ ਜਿੰਨੀਆਂ ਮਰਜ਼ੀ ਘਾਲਣਾ ਘਾਲ ਲਓ, ਕੋਈ ਅੰਦਰ ਸ਼ਾਂਤੀ ਨਹੀਂ ਆਉਣੀ। ਦੁਨੀਆ ਦੇ ਜਿੰਨੇ ਮਰਜ਼ੀ ਧੰਦੇ ਕਰ ਲਓ, ਇਹਦੇ 'ਚ ਕੋਈ ਸ਼ਾਂਤੀ ਨਹੀਂ ਆਉਣੀ। ਸਾਹਿਬ ਨੇ ਤੇ ਇੱਥੋਂ ਤੱਕ ਵੀ ਬਚਨ ਕਿਹਾ ਕਿ ਅਗਲੇ ਮੋਏ ਸੇ ਪਾਛੇ ਪਰੇ, ਜੋ ਬਰੇ ਸੇ ਲੱਕ ਬੰਦ ਖਰੇ। ਜੇ ਧੰਦੇ ਮੇ ਉਹ ਲਪਟਾਏ, ਉਨ ਤੇ ਦਿਗੜ ਦੁਨੀ ਉਨ ਮਾਏ। ਜੋ ਸਾਡੇ ਵੱਡੇ ਵਡੇਰੇ ਕਰਦੇ ਮਰ ਗਏ, ਦਾਦੇ ਮਰ ਗਏ, ਪਿਓ ਮਰ ਗਏ, ਅਸੀਂ ਵੀ ਉਹ ਫੜ ਲਓ ਜੀ, ਮਰ ਜਾਣਾ। ਅਗਲੇ ਮੋਏ ਸੇ ਪਾਛੇ ਪਰੇ, ਜਿਹੜੇ ਪਹਿਲੇ ਧੰਦੇ ਕਰਦੇ ਮਰ ਗਏ, ਉਹਦੇ ਪਿੱਛੇ ਅਸੀਂ ਲੱਗ ਗਏ। ਘੱਗਾ ਘਾਲ ਸੇਵਕ ਜੇ ਕਾਲੇ, ਸ਼ਬਦ ਗੁਰੂ ਕੇ ਲਾਗ ਰਹੇ। ਬੁਰਾ ਭਲਾ ਸਮ ਕਰ ਜਾਣੇ, ਨਾਨਕ ਸਾਹਿਬ ਰਵਤ ਰਹੇ। ਘੱਗਾ ਘਾਲ ਸੇਵਕ ਜੇ ਕਾਲੇ, ਇੱਕ ਤੇ ਉਹ ਘਾਲ ਕਮਾਈਆਂ ਜਿਹੜੀਆਂ ਅਸੀਂ ਆਪਣੇ ਘਰਾਂ ਵਾਸਤੇ ਕਰਦੇ ਹਾਂ, ਧੀਆਂ ਪੁੱਤਾਂ ਵਾਸਤੇ ਧਨ ਦੌਲਤਾਂ ਕਮਾ ਕੇ ਰੱਖਦੇ ਹਾਂ। ਉਹ ਮੈਂ ਸਵੇਰੇ ਬਚਨ ਪੜ੍ਹ ਰਿਹਾ ਸੀ ਇੱਕ ਮਹਾਰਾਜ ਦਾ, ਕਿ ਮਹਾਰਾਜ ਕਹਿੰਦੇ ਨੇ ਦੇਸ਼ ਕਮਾਵਣ ਧਨ ਜੋਰਨ ਕੀ ਮਨਸਾ। ਬੰਦਾ ਦੇਸ਼ਾਂ ਵਿਦੇਸ਼ਾਂ 'ਚ ਕੀ ਕਰਨ ਜਾਂਦਾ? ਧਨ ਕਮਾਉਣ ਵਾਸਤੇ। ਮੈਂ ਤਾਂ ਬੜਾ ਹੈਰਾਨ ਵਾਂ ਵੀ ਦੁਨੀਆ ਕਿੱਧਰ ਨੂੰ ਤੁਰ ਗਈ ਆ। ਵੱਡਿਆਂ ਅਹੁਦਿਆਂ ਤੋਂ ਇੱਥੋਂ ਰਿਟਾਇਰਮੈਂਟ ਹੋ ਗਏ ਬੰਦੇ, ਉਹ ਕੋਈ ਕੈਨੇਡਾ ਚਲ ਗਿਆ, ਕੋਈ ਅਮਰੀਕਾ ਚਲ ਗਿਆ, ਤੇ ਇੱਥੋਂ ਪੈਨਸ਼ਨਾਂ ਲੈਣ ਦੇ ਆ। ਵੱਡੇ ਅਹੁਦਿਆਂ ਤੋਂ ਰਿਟਾਇਰਮੈਂਟ ਹੋਇਆ, ਉੱਥੇ ਜਾ ਕੇ ਫਿਰ ਬਾਗਾਂ 'ਚ ਕੋਈ ਫੁੱਲ ਤੋੜਨ ਦਿਆ ਤੇ ਕੋਈ ਤੋੜਨ ਦਿਆ ਤੇ ਪੈਸੇ ਕਮਾਉਣ ਦੇ। ਇਹ ਕਿੱਧਰ ਗਿਆ ਸਬਰ ਸੰਤੋਖ? ਕਿੱਧਰ ਗਿਆ? ਸਾਰੀ ਜ਼ਿੰਦਗੀ ਕਮਾਈ ਕੀਤੀ, ਰਿਟਾਇਰਮੈਂਟ ਹੋ ਗਈ, ਲੱਖਾਂ ਰੁਪਈਆ ਸਰਕਾਰ ਨੇ ਦੇਤਾ, ਹਜ਼ਾਰਾਂ ਰੁਪਈਆ ਪਿਲਸਨ ਵਾਂ, ਤੇ ਸਬਰ ਸੰਤੋਖ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਸਾਡੇ ਕੋਲ। ਸਾਹਿਬ ਨੇ ਕਿਹਾ ਦੇਸ਼ ਕਮਾਵਣ ਧਨ ਜੋਰਨ ਕੀ ਮਨਸਾ, ਬੀਚੇ ਨਿਕਸੇ ਸਾਸ। ਸਾਹਿਬ ਕਹਿੰਦੇ ਬੰਦਾ ਜਿਉਂ ਧਨ ਵਾਲੇ ਪਾਸੇ ਲੱਗਾ, ਧਨ ਕਮਾਉਂਦਿਆਂ ਇਹਦੇ ਜਿਹੜੇ ਪ੍ਰਾਣ ਵੀ ਧਨ ਕਮਾਉਂਦਿਆਂ ਹੀ ਨਿਕਲ ਗਏ। ਦੇਸ਼ ਕਮਾਵਣ ਧਨ ਜੋਰਨ ਕੀ ਮਨਸਾ, ਬੀਚੇ ਨਿਕਸੇ ਸਾਸ। ਧਨ ਕਮਾਉਂਦਿਆਂ ਹੀ ਸਾਹ ਨਿਕਲ ਗਿਆ, ਤੇ ਕੋਈ ਸ਼ਾਂਤੀ, ਕੋਈ ਟਿਕਾਓ, ਕੋਈ ਰੱਬੀ ਨਾਮ, ਕੋਈ ਸੰਗਤ, ਕੋਈ ਕਿਸੇ ਪਾਸੇ ਆਇਆ ਹੀ ਨਹੀਂ ਕੋਈ। ਮੈਂ ਨਹੀਂ ਕਹਿੰਦਾ ਵੀ ਧਨ ਨਹੀਂ ਚਾਹੀਦਾ, ਪਰ ਸਾਰੀ ਜ਼ਿੰਦਗੀ ਧਨ, ਬੁੱਢੇ ਬਾਰੇ ਵੀ ਧਨ ਦੀਆਂ ਹੀ ਬਾਤਾਂ, ਤੇ ਮਨ ਨੂੰ ਵਿਸ਼ਰਾਮ ਕਦੋਂ ਮਿਲੂਗਾ? ਜੇ ਬੁੱਢੇ ਬਾਰੇ ਵੀ ਅਜੇ ਉਹ ਕੁਛ ਕੋਈ ਚੱਲ ਰਿਹਾ ਜੋ ਜਵਾਨੀ 'ਚ ਚੱਲਣ ਦਿਆ ਸੀ। ਜਵਾਨੀ 'ਚ ਚਲੋ ਧਨ ਦੀ ਲੋੜ ਹੈ, ਕਮਾਉਣਾ ਚਾਹੀਦਾ, ਬੁੱਢੇ ਬਾਰੇ ਕੰਮ ਆਉਂਦਾ। ਤੇ ਜਿਹੜੇ ਬੁੱਢੇ ਬਾਰੇ ਕਮਾ ਰਹੇ, ਇਹ ਕਿਹੜੇ ਕੰਮ ਆਉਣਾ? ਇਹਨੂੰ ਕਹਿੰਦੇ ਨੇ ਲੋਭ ਲਾਲਚ। ਤੇ ਸਾਹਿਬ ਕਹਿੰਦੇ ਨੇ ਘੱਗਾ ਘਾਲ ਸੇਵਕ ਜੇ ਕਾਲੇ, ਸ਼ਬਦ ਗੁਰੂ ਕੇ ਲਾਗ ਰਹੇ। ਬੁਰਾ ਭਲਾ ਜੇ ਸਮ ਕਰ ਜਾਣੇ, ਇਨ ਬਿਦ ਸਾਹਿਬ ਰਵਤ ਰਹੇ। ਕਬੀਰ ਨੇ ਸਿੱਧਾ ਕਹਿਤਾ, ਨਾ ਮੇਰੀ ਖੇਤੀ ਨਾ ਮੇਰੀ ਬਾਰੀ, ਸ਼ਰਨ ਕਰੋ ਜਨ ਭਗਤ ਕਰੋ ਜਨ ਸ਼ਰਨ ਤੁਮਾਰੀ। ਇਹ ਤਨ ਮੇਰੇ ਹਰ ਕੋ ਨਾਉ, ਗਾਂਠ ਨਾ ਬਾਂਝੋ ਵੇਚ ਨਾ ਖਾਓ।
ਜਿਸ ਮੈਂ ਕਹਿ ਰਿਹਾ ਵੀ ਜਿਸ ਤਰ੍ਹਾਂ ਅਸੀਂ ਧਨ ਕਮਾਉਂਦੇ ਆ ਨਾ, ਇਸੇ ਤਰ੍ਹਾਂ ਰੱਬ ਦੇ ਪਿਆਰੇ ਫਿਰ ਨਾਮ ਦਾ ਧਨ, ਸੇਵਾ ਧਨ ਇਹ ਹੁੰਦਾ ਹੈ, ਕਮਾਉਂਦੇ ਨੇ। ਉਹ ਸ਼੍ਰੀ ਲਹਿਣਾ ਜੀ ਕਮਾਉਂਦਿਆਂ ਕਮਾਉਂਦਿਆਂ ਜਦੋਂ 7 ਸਾਲ ਲੰਘ ਗਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕਰੜੀ ਘਾਲਣਾ, ਦਿਨੇ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹਿਣਾ, ਆਈ ਗਈ ਸੰਗਤ ਨੂੰ ਆਟਾ ਪੀਣਾ, ਪੱਖਾ ਚੱਲਣਾ, ਪਾਣੀ ਲਿਆਉਣਾ, ਧਰਮਸ਼ਾਲਾ 'ਚ ਝਾੜੂ ਵੱਟੀ ਕਰਨੀ, ਸਫਾਈਆਂ ਕਰਨੀਆਂ, ਕਿੰਨੇ ਕੰਮ ਧਰਮਸ਼ਾਲਾ ਦੇ ਲਹਿਣਾ ਜੀ ਨੂੰ ਦਿੱਤੇ ਹੋਏ। ਹੁਣ ਪਿੰਡਾਂ ਦੇ ਗ੍ਰੰਥੀਆਂ ਨੂੰ ਵੀ ਸਾਰੀ ਜ਼ਿੰਮੇਵਾਰੀਆਂ, ਸਭ ਕੁਝ ਇੱਕ ਗ੍ਰੰਥੀ ਕਰੇ ਸਭ ਕੁਛ। ਤੇ ਅਸੀਂ ਕਿੱਥੇ ਘਾਲਣਾ, ਸਿੱਖਾਂ ਨੇ ਘਾਲਣਾ ਕਿੱਥੇ ਘਾਲਣੀ? ਜੇ ਸਭ ਕੁਝ ਗ੍ਰੰਥੀ ਨੇ ਕਰਨਾ ਤੇ ਪਿੰਡਾਂ 'ਚ ਸਿੱਖ ਕਿੱਥੇ ਗਏ ਨੇ? ਇਹ ਕਿਉਂ ਨਹੀਂ ਆਣ ਕੇ ਝਾੜੂ ਫੇਰਦੇ? ਇਹ ਕਿਉਂ ਨਹੀਂ ਚੰਦੋਵੇ ਬਦਲਦੇ? ਇਹ ਕਿਉਂ ਨਹੀਂ ਦਰੀਆਂ ਝਾੜਦੇ? ਤੱਪੜ ਝਾੜ ਵਿਛਾਏ ਧੂੜੀ ਨਾਇਆ, ਕੋਰੇ ਮੱਠ ਅਣਾਏ ਨੀਰ ਪਵਾਇਆ, ਗੁਰਸਿੱਖਾਂ ਗੁਰਸਿੱਖ ਸੇਵ ਸੇਵਾ ਲਾਇਆ। ਇਹ ਕੋਈ ਗ੍ਰੰਥੀ ਦੀ ਜ਼ਿੰਮੇਵਾਰੀ ਨਹੀਂ ਹੈ ਚੰਦੋਵੇ ਬਦਲਣੇ ਤੇ ਦਰੀਆਂ ਸਾਫ਼ ਕਰਨੀਆਂ। ਇਹ ਕੋਈ ਗ੍ਰੰਥੀ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਪਿੰਡ ਦੇ ਸਿੱਖ ਸੰਗਤਾਂ ਦੀ ਜ਼ਿੰਮੇਵਾਰੀ ਹੈ। ਉਹ ਸਾਰੀਆਂ ਜ਼ਿੰਮੇਵਾਰੀਆਂ ਗ੍ਰੰਥੀ ਵਿਚਾਰਿਆਂ ਨੂੰ ਦਿੱਤੀਆਂ ਹੋਈਆਂ ਨੇ। ਚਲੋ ਕਿਤੇ ਕਿਤੇ ਪਿੰਡਾਂ 'ਚ ਹੈਗੀਆਂ ਸੰਗਤਾਂ ਜਿਹੜੀਆਂ ਇੱਦਾਂ ਕਰਦੀਆਂ ਨੇ, ਸੇਵਾ ਕਰਦੀਆਂ ਨੇ ਗੁਰੂ ਕੀ। ਉਹ ਫਿਰ ਇਹ ਸਾਰੀ ਸੇਵਾ ਸ਼੍ਰੀ ਲਹਿਣਾ ਜੀ ਕਰਤਾਰਪੁਰ ਸਾਹਿਬ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਲੱਗ ਲਾਗੇ ਪਿੰਡਾਂ 'ਚ ਪ੍ਰਚਾਰ ਕਰਨ ਵੀ ਤੁਰ ਜਾਂਦੇ ਨੇ। ਤੇ ਜਿਹੜੀ ਧਰਮਸ਼ਾਲਾ ਦੀ ਜ਼ਿੰਮੇਵਾਰੀ ਆ ਉਹ ਸ਼੍ਰੀ ਲਹਿਣਾ ਜੀ ਨੂੰ ਦਿੱਤੀ ਵੀ ਇੱਥੇ ਜਿਹੜਾ ਵੀ ਕੋਈ ਆਵੇ ਉਹਨੂੰ ਜਲ ਪਾਣੀ ਛਕਾਉਣਾ, ਉਹਦੀ ਸੇਵਾ ਕਰਨੀ। ਤੇ ਉੱਥੇ ਚੱਕੀ ਰੱਖੀ ਹੋਈ ਸੀ, ਜਿਹੜਾ ਨਿਤ ਤਾਜ਼ਾ ਆਟਾ ਪੀ ਕੇ ਸ਼੍ਰੀ ਲਹਿਣਾ ਜੀ ਤੇ ਭੋਜਨ ਤਿਆਰ ਕਰਦੇ ਸੀ ਸੰਗਤਾਂ ਵਾਸਤੇ। ਪੀਣ ਹੋਏ ਜਦੀਦ ਪਾਣੀ ਢੋਵਣਾ। ਇਹ ਨਹੀਂ ਵੀ ਕੋਈ ਆਟਾ ਸੁੰਡੀਆਂ ਵਾਲਾ ਪਿਆ ਤੇ ਉਹੀ ਪਕਾ ਦੇਣਾ, ਨਾ ਨਾ ਨਾ, ਤਾਜ਼ਾ ਆਟਾ ਰੋਜ਼ ਪੀਣਾ ਤੇ ਉਹਦੀ ਦੇਗ ਕਿਆ ਤਿਆਰ ਕਰਕੇ ਸਵੇਰੇ ਅੰਮ੍ਰਿਤ ਵੇਲੇ ਉਹਨੂੰ ਧਰਮਸ਼ਾਲਾ ਵਿੱਚ ਰੱਖ ਕੇ ਤੇ ਭੋਗ ਲਾ ਕੇ ਤੇ ਉਹ ਵਰਤਾਉਣਾ। ਇਹ ਜ਼ਿੰਮੇਵਾਰੀ ਸ਼੍ਰੀ ਲਹਿਣਾ ਜੀ ਦੀ ਹੈ। ਇਹ ਫਿਰ ਮੈਂ ਕਹਿ ਰਿਹਾ ਵੀ ਜਦੋਂ ਘਾਲਦਾ ਫਿਰ ਬੰਦਾ ਫਿਰ ਓੜ ਕੋ ਸਮਾਂ ਆਉਂਦਾ ਜਦੋਂ ਉਸ ਨੂੰ ਫਲ ਲੱਗਦਾ ਹੈ। ਆਪਾਂ ਬੂਟਾ ਨਹੀਂ ਲਾਉਂਦੇ ਤੇ ਸਮਾਂ ਆਉਂਦਾ ਉਹਦੀ ਸੰਭਾਲ ਕਰਦੇ ਹਾਂ ਤੇ ਸਮਾਂ ਆਉਂਦਾ ਫਿਰ ਉੱਥੋਂ ਸਾਨੂੰ ਫਲ ਮਿਲਦਾ ਉਸ ਬੂਟੇ ਤੋਂ। ਤੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਇਸ ਜਗ ਮੇਂ ਨਾਮ ਅਲੱਭ ਹੈ, ਗੁਰਮੁਖ ਵਸੇ ਮਨ ਆਏ, ਨਾਨਕ ਜੋ ਗੁਰ ਸੇਵੇ ਆਪਣਾ ਹੋ ਤਿਨ ਬਲਿਹਾਰੇ ਜਾਓ। ਤੇ ਉੱਥੇ ਗੁਰੂ ਕੀ ਬਾਣੀ ਦਾ ਬਚਨ ਆਉਂਦਾ ਕਿ ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ, ਜੇ ਕਿਉਨ ਜਾਂ ਸਦੋਸ਼ ਤਾਂ ਲੈਣਾ ਟਿਕਿਉਨ। ਜਦੋਂ ਕੋਈ ਬੱਚਾ ਪੜ੍ਹਦਾ ਹੈ ਨਾ ਤੇ ਉਹਦੀ ਪ੍ਰੀਖਿਆ ਵੀ ਹੁੰਦੀ ਹੈ। ਜੇ ਪ੍ਰੀਖਿਆ ਨਾ ਹੋਵੇ ਤਾਂ ਪੜ੍ਹਨ ਦਾ ਕੋਈ ਬਹੁਤਾ ਕੋਈ ਮਤਲਬ ਨਹੀਂ ਹੈ। ਪ੍ਰੀਖਿਆ ਦੱਸਦੀ ਵੀ ਇਹਨੇ ਕੀ ਪੜ੍ਹਿਆ। ਤੇ ਮੈਂ ਅੱਗੇ ਕਹਿੰਦੇ ਵੀ ਜਦੋਂ ਲਹਿਣਾ ਜੀ ਸ਼੍ਰੀ ਖਡੂਰ ਸਾਹਿਬ ਤੋਂ ਤੁਰਦੇ ਨੇ ਤੇ ਉਹ ਉਸ ਸਕੂਲ ਵਿੱਚ ਦਾਖਲ ਹੋਣ ਜਾ ਰਹੇ ਨੇ ਜਿਹਦੀ ਫੀਸ ਬੜੀ ਵੱਡੀ ਰੱਖੀ ਬਾਬੇ ਨਾਨਕ ਨੇ। ਕੋਈ ਆਮ ਸਕੂਲ ਨਹੀਂ ਆ ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ। ਉਹਦੀ ਫੀਸ ਬਾਬੇ ਨੇ ਬੜੀ ਵੱਡੀ ਰੱਖੀ ਹੋਈ ਹੈ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ, ਜੋ ਤੋ ਪ੍ਰੇਮ ਖਿਲਣ ਕਾ ਚਾਓ। ਆਹ ਫੀਸ ਰੱਖੀ ਬਾਬੇ ਨੇ ਉੱਥੇ ਉਸ ਧਰਮਸ਼ਾਲਾ ਦੀ। ਸਿਰ ਤਰ ਤਲੀ ਗਲੀ ਮੇਰੀ ਆਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਉਸ ਸਕੂਲ ਦੀ ਫੀਸ ਆ ਜਿੱਥੇ ਲਹਿਣਾ ਜੀ ਪੜ੍ਹ ਰਹੇ ਨੇ। ਤੇ ਉਹ ਆਮ ਵਿਦਿਆਰਥੀ ਵੀ ਆਮ ਨਹੀਂ ਹੈ। ਤੇ ਜਿਹੜਾ ਉੱਥੋਂ ਦਾ ਮੈਨੇਜਰ ਆ, ਜਿਹੜਾ ਉਸ ਨੂੰ ਚਲਾਉਣ ਵਾਲਾ, ਉਹਨੇ ਫੀਸ ਬੜੀ ਵੱਡੀ ਰੱਖੀ ਹੋਈ ਹੈ ਤੇ ਲਹਿਣਾ ਜੀ ਤਾਰ ਰਹੇ ਨੇ ਫੀਸ। ਤੇ ਸਮਾਂ ਆ ਗਿਆ ਅੱਜ ਪ੍ਰੀਖਿਆ ਦਾ। ਤੇ ਬਾਣੀ 'ਚ ਲਿਖਿਆ ਸੱਤੇ ਤੇ ਬਲਵੰਡ ਜੀ ਨੇ ਕਿ ਸਿੱਖਾਂ ਪੁੱਤਰਾਂ ਘੋਖ ਕੇ, ਘੋਖਣਾ ਪਰਖ ਕਰਨੀ,
मैं उदों ही बेनती की सी भी करतारपुर साहब धर्मशाला चलती सी ना, संगतां आउंदियां सी जांदियां सी, भोजन पानी बनदा सी, सब कुछ हुंदा सी। ते उत्थे मुलाजम किन्ने क रखे बाबे नानक ने करतारपुर साहब की धर्मशाला नूं चलाउण वास्ते। खडूर साहब मुड़ के किन्ने क मुलाजम रख लए सी गुरु नानक अंगद साहिब जी ने। ते गुरु गोबिंद सिंह सच्चे पातशाह ने किन्ने क मुलाजम रखे सी आनंदपुर साहब। हज़ारां संगतां आउंदियां जांदियां सी, लंगर पानी चलदे सी। ते आनंदपुर साहब गुरु नानक साहब गुरु गोबिंद सिंह ने किन्ने क मुलाजम रखे सी। ये धर्म मुलाजमां दा धर्म नहीं सी, ये ते सेवकां दा धर्म सी। ये चल गया मुलाजमां दे हत्थां 'च, ते जिन्हां ने सेवा करनी उन्हां नूं इत्थे कोई जगह ही नहीं मिली। वो फिर बाबियां दे डेरियां ते जा बैठे। असीं बड़ा रोष करदे भी लोकी उत्थे देह धारियां गुरुओं को जांदे ने, बाबियां को जांदे ने, ते जाना नहीं। उन्हां ने सेवा करनी है ते तुसीं गुरुद्वारियां 'च मुलाजम बिठा दित्ते आ, ते मुलाजम को की आस लाउंदे हो तुसीं? ते मुलाजम तो एक ड्यूटी दे रहे हैं, वो कोई धर्म थोड़ा कमा रहा धर्मशाला 'च बैठा होया। ते वो बाणी 'च लिखिया कि सिखां पुत्रां घोख के सब उम्मत वेखो जे क्यों। सिखां नूं परखिया, पुत्रां नूं भी परखिया। सिखां पुत्रां घोख के सब उम्मत वेखो। की होया? पुत्र भी नहीं पास होए बाबे की परख विच, संगतां विचों भी कोई नहीं पास होया। बाबा बुढ़ा जी भी पिछे रह गए। सिखां पुत्रां घोख के सब उम्मत वेखे होन जे क्यों। जां सदोष जदों बाबा जी ने परचे पाए तो मुड़ के नंबर लाउण लगे। परचे बाबे दे सिखाले नहीं सी। वो साखियां अजकल के तर्कवादी मनते ही नहीं भी श्री चंद जी रुख ते चढ़ जो इहदियां गल्लां ते हुण मनते ही नहीं। तर्कवादी करिए हुण की? श्री चंद जी कहन लगे साडी श्री चंद जी साडे हत्थ विच की है? कहन लगे पिता जी एक पैसा तुसां इत्थां हत्थ विच फड़िया होया ते लैणे नूं पुछदे ने भी लैणा जी इहदे विच साडे हत्थ विच की है? कहन लगे सच्चे पातशाह मैं कौन हुन्ना है तुहाडे हत्थ विच की, मैं की दस सकदा है? इहदे च 9 निधियां ने, 18 सिद्धियां ने, करामातां ने, इहदे विच सारियां बरकतां ने तुहाडे हत्थ विच, मैं की दस सकदा है? इहो जिहियां बातां हुंदियां रहियां, परखां हुंदियां रहियां। अद्धी रात सी ते बई सारे सुते हुए ने करतारपुर की शरण धर्मशाला च। उत्थे बाबा बुढ़ा जी भी ने, श्री लहणा जी ने, गुरु नानक साहब जी ने। ते कहन लगे बाबा जी टाइम वेखो हाँ की होया, उठन दा होया कि नहीं अमृत वेले दा? उदों तारियां नूं वेख के टाइम दस्से जांदे सी। ये मर्यादा सिख ने अमृत वेले उठना, इशनान करना, पाठ करना, ये मर्यादा है बाबे नानक ने बधी ते बाबा जी आप करते रहे ने धर्मशाला करतारपुर साहब। ते लहणा जी भी ये काम करते रहे करतारपुर साहब। कहन लगे बाबा जी वेखो टाइम हो गया अमृत वेले उठन दा। ते बाबा बुढ़ा जी कहन नहीं बादशाह अजे ते अद्धी रात भी नहीं हुई। अच्छा पुरखा तुहानूं किवें पता लग गया? कहते मैनू पता असीं उठ के हाल जाने हुंदे आ, सानूं पता वा अजे नहीं वो तारे पिछे ही आ जे। ते आख्या पुरखा तू वेख के आ किन्नी क रात लंघी है। लहणा जी नूं आखन लगे परखा हुंदियां ने, गुरु पीर इस तरह ने परचे पाउंदे ने। परचे पाउंदे ने। आख्या पुरखा तू वेख किन्नी क रात लंघी है। लहणा जी कहन लगे सच्चे पातशाह तुहाडे हुक्म विच वा सब कुछ, लंघी भी तुहाडे हुक्म विच आ, रहिंदी भी तुहाडे हुक्म विच वा, मैं की दस सकदा है? पर ये दलिद्रपुणा नहीं भी दलिद्रपुणे च उठन दे मारे नहीं इदां कहता होऊगा, इदां दी बात नहीं है। कहन लगे सच्चे पातशाह मैं इस तुहाडे हुक्म विच है, जिन्नी लंघ गई वो भी तुहाडे हुक्म विच है, जिन्नी रह गई तुहाडे हुक्म विच ही आ। श्री चंद जी तुसीं देखो किन्नी क रात लंघी, अमृत वेला हो गया, उठिए।
ਸ਼੍ਰੀ ਚੰਦ ਜੀ ਕਹਿੰਦਾ ਕਿ ਨਹੀਂ ਪਿਤਾ ਜੀ, ਬਾਬਾ ਬੁੱਢਾ ਜੀ ਕਿਹਾ ਵੀ ਅਜੇ ਨਹੀਂ, ਅੱਧੀ ਰਾਤ ਨਹੀਂ ਅਜੇ ਤੇ ਹੋਈ, ਸੁੱਤੇ ਰਹੋ ਅਜੇ। ਸਿੱਖਾਂ ਪੁੱਤਰਾਂ ਘੋਖ ਕੇ ਸਾਰਿਆਂ ਨੂੰ ਪਰਖਿਆ, ਤੇ ਜਿੱਦਣ ਬਾਬਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੰਬਰ ਲਾਉਣ ਲੱਗੇ ਪੇਪਰਾਂ ਦੇ, ਜਾਂ ਸਦੋਸ਼ ਤਾਂ ਲਹਿਣਾ ਟਿਕਿਓਨ, ਪਹਿਲੇ ਨੰਬਰ ਤੇ ਸ਼੍ਰੀ ਲਹਿਣਾ ਜੀ ਆ ਗਏ, ਕਿਉਂਕਿ ਪਰਖਾਂ ਬੜੀਆਂ ਹੋਈਆਂ। ਉਹ ਕੋਈ ਤਾਂ ਕਹਿੰਦੇ ਆ ਵੀ ਅਖੀਰ ਸਮੇਂ ਗੁਰੂ ਨਾਨਕ ਸਾਹਿਬ ਨੇ ਕੁੱਤੇ ਰੱਖ ਲਏ, ਛੁਰਾ ਰੱਖ ਲਿਆ, ਤੇ ਧਾਨਕ ਰੂਪ ਧਾਰਨ ਕਰ ਲਿਆ, ਤੇ ਜਿਹੜਾ ਆਵੇ ਬਾਬਾ ਜੀ ਛੁਰਾ ਮਾਰ ਦੇਣ, ਕੁੱਤੇ ਮਗਰ ਭਜਾ ਦੇਣ। ਇਸ ਤਰ੍ਹਾਂ ਦੇ ਸਾਖੀਆਂ ਵੀ ਸੁਣਾਉਂਦੇ ਨੇ, ਪਰ ਇਹ ਗੁਰਮਤਿ ਨੂੰ ਮੰਨਦੀਆਂ, ਇਹ ਗੁਰਮਤਿ ਅਨੁਸਾਰ ਠੀਕ ਨਹੀਂ ਆ। ਉਹ ਸ਼ਬਦ ਪੜ੍ਹ ਦਿੰਦੇ ਨੇ ਕਿ ਇੱਕ ਸਵਾਨ ਦੋਏ ਸਵਾਨੀ ਨਾਲ, ਇਹ ਗੁਰੂ ਨਾਨਕ ਸਾਹਿਬ ਨੇ ਇੱਕ ਕੁੱਤਾ ਰੱਖ ਲਿਆ, ਦੋ ਕੁੱਤੀਆਂ ਰੱਖ ਲਈਆਂ ਕਰਤਾਰਪੁਰ। ਕੈਸੀਆਂ ਬਾਤਾਂ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਪੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮਰਦਾਰ, ਤਾਨਕ ਰੂਪ ਰਹਾ ਕਰਤਾਰ। ਉਹ ਗੱਲ ਤੇ ਅੰਦਰ ਦੀ ਦੱਸੀ ਆ ਵੀ ਏਕ ਸਵਾਨ, ਸਵਾਨ ਕਹਿੰਦੇ ਨੇ ਕੁੱਤੇ ਨੂੰ, ਕਿ ਬੰਦੇ ਦੇ ਮਨ ਵਿੱਚ ਇੱਕ ਕੁੱਤਾ ਰਹਿੰਦਾ ਹੈ ਲੋਭ ਦਾ। ਦੋਏ ਸਵਾਨੀ ਨਾਲ, ਤੇ ਦੋ ਕੁੱਤੀਆਂ, ਆਸਾ ਤੇ ਤ੍ਰਿਸ਼ਨਾ, ਦੋ ਕੁੱਤੀਆਂ ਨੇ ਇਹਦੇ ਮਨ ਵਿੱਚ ਵੜੀਆਂ ਹੋਈਆਂ। ਇੱਕ ਲੋਭ ਰੂਪੀ ਕੁੱਤਾ ਵੜਿਆ ਹੋਇਆ, ਤੇ ਭਲ ਕੇ ਭੌਂਕੇ, ਭੌਂਕਣਾ ਭਲ ਕੇ ਮਹਿਣੇ, ਵੱਡੇ ਅੰਮ੍ਰਿਤ ਵੇਲਾ, ਭਲ ਕੇ ਉੱਠ ਹਰ ਨਾਮ ਤੇ ਆਵੇ, ਭਲ ਕੇ ਮਹਿਣੇ ਅੰਮ੍ਰਿਤ ਵੇਲਾ। ਵੀ ਜਦੋਂ ਮੈਂ ਉੱਠਦਾ ਵਾਂ, ਇਹ ਕੁੱਤਾ ਨਾਲ ਹੀ ਉੱਠ ਪੈਂਦਾ, ਤੇ ਕੁੱਤੀਆਂ ਨਾਲ ਹੀ ਉੱਠ ਪੈਂਦੀਆਂ। ਮੈਂ ਨਾਮ ਜਪਣਾ ਚਾਹੁੰਦਾ ਤੇ ਰੌਲੀ ਪਾ ਦਿੰਦੇ, ਭੌਂਕਣਾ ਸ਼ੁਰੂ ਕਰ ਦਿੰਦੇ ਨੇ। ਏਕ ਸਵਾਨ ਦੋਏ ਸਵਾਨੀ ਨਾਲ, ਇੱਕ ਕੁੱਤਾ ਵਾ ਤੇ ਦੋ ਕੁੱਤੀਆਂ ਵਾ, ਤੇ ਭਲ ਕੇ ਭੌਂਕੇ ਸਦਾ ਬਿਆਲ। ਮੈਂ ਨਹੀਂ ਉੱਠਿਆ, ਇਹ ਵੀ ਨਾਲ ਹੀ ਉੱਠ ਪਈਆਂ ਕੁੱਤੀਆਂ ਵੀ। ਪਤਾ ਲੱਗ ਗਿਆ ਬਾਬਾ ਜਾਗ ਪਿਆ, ਤੇ ਇਹ ਵੀ ਨਾਲ ਜਾਗ ਪੈਂਦੀਆਂ। ਜੈਸੇ ਮੈਂ ਜਪ ਸ਼ੁਰੂ ਕੀਤਾ, ਇਹਨਾਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਕੁੱਤਾ ਹੀ ਭੌਂਕੀ ਜਾਂਦਾ, ਕੁੱਤੀਆਂ ਹੀ ਭੌਂਕੀ ਜਾਂਦੀਆਂ। ਕਿਤੇ ਦੇਖਣਾ ਜਪਜੀ ਸਾਹਿਬ ਦਾ ਗੁਟਕਾ ਫੜ ਕੇ ਨਾ, ਜਾਂ ਮਾਲਾ ਫੜ ਕੇ, ਜਾਂ ਉੱਦਾਂ ਹੀ ਵਾਹਿਗੁਰੂ 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 ਕਰਕੇ ਵੇਖਣਾ, ਇਹ ਕਿੱਦਾਂ ਭੌਂਕਦਾ ਅੰਦਰੋਂ। ਤੌਬਾਵਾਦ ਰੱਬ ਦੀ। ਉਹ ਫਰੀਦ ਨੇ ਆਖਿਆ, ਫਰੀਦਾ ਕੰਨੀ ਬੁੱਝੇ ਦੇਰਾਂ, ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ। ਇਹ ਤੇ ਤਨ ਭੌਂਕੀ ਜਾਂਦਾ। ਰੋਟੀ ਖਾ ਲਈ, ਥੋੜ੍ਹੀ ਜਿਹੀ ਮਿਰਚ ਘੱਟ, ਤੇ ਉਹ ਲਿਆਓ ਮਿਰਚ, ਉਹ 4 ਦੇ ਦਿਓ, ਜੇ ਮਾਸਾ ਕੁ ਮਿਰਚ ਵੱਧ ਹੋਏ ਖੰਡ ਦੇ ਦਿਓ, ਮਰ ਗਏ ਹੋਏ, ਮੱਦ ਲੱਗ ਗਈ ਹੋਏ। ਜੇ ਘੱਟ ਵੱਧ ਤਾਂ ਵੀ ਰੌਲੀ, ਜੇ ਵੱਧ ਪੈ ਗਈ ਤੇ ਤਾਂ ਵੀ ਰੌਲੀ। ਇਹ ਦੋਵਾਂ ਹੀ ਤਰ੍ਹਾਂ ਹੀ ਚੱਲੀ ਜਾਂਦਾ ਕੰਮ। ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ। ਕੰਨੀ ਬੁੱਝੇ ਦੇ ਰਹਾ, ਕੀਤੀ ਵੱਗੇ ਪਾਉਣ। ਕਹਿੰਦਾ ਮੈਂ ਤਾਂ ਕੰਨ ਬੋਲੇ ਕਰ ਲਏ ਆਪਣੇ, ਮੈਂ ਨਹੀਂ ਇਹ ਕੁੱਤੇ ਦੀ ਸੁਣਦਾ ਹੁਣ ਕੋਈ। ਇਹ ਭੌਂਕੀ ਜਾ ਤੇ ਭੌਂਕੀ ਜਾਵੇ। ਉਹ ਮੈਨੂੰ ਕਿਸੇ ਨੇ ਆਖਿਆ ਕਿ ਮੈਂ ਕਿਤੇ ਧਰਮ ਸਥਾਨ 'ਤੇ ਚਲ ਗਿਆ, ਮੈਨੂੰ ਕਿਸੇ ਨੇ ਗੱਲ ਦੱਸੀ, ਮੈਂ ਉਸ ਜਗ੍ਹਾ ਦਾ ਨਾਂ ਲੈਣਾ ਨਹੀਂ ਗਾ। ਮੈਂ ਉੱਥੇ ਗੁਰਦੁਆਰਾ, ਕੋਈ ਇਤਿਹਾਸਿਕ ਗੁਰਦੁਆਰਾ, ਕੋਈ ਬੰਦਾ ਕਹਿੰਦਾ ਮੈਂ ਉੱਥੇ ਚਲ ਗਿਆ, ਕੁਛ ਹੋਰ ਧਰਮ ਦਾ ਬੰਦਾ ਸੀ। ਕਹਿੰਦਾ ਮੈਂ ਚੱਲ ਸਮਾਂ ਹੈਗਾ, ਤੇ ਮੈਂ ਸੁਖਮਨੀ ਸਾਹਿਬ ਦਾ ਗੁਟਕਾ ਫੜ ਕੇ ਬਹਿ ਗਿਆ। ਮੈਂ ਚੱਲ ਵਿਹਲੇ ਹਾਂ, ਅੱਜ 2-4 ਕੋਈ 10 ਅਸ਼ਟਪਦੀਆਂ ਦਾ ਪਾਠ ਹੀ ਕਰ ਲਈਏ। ਕਹਿੰਦਾ ਮੈਂ ਗੁਟਕਾ ਫੜ ਕੇ ਬਹਿ ਗਿਆ, ਤੇ ਸ਼ੁਰੂ ਕਰਤਾ ਸੁਖਮਨੀ ਸਾਹਿਬ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੈਂ ਮਿਟਾਓ। ਤੇ ਕਹਿੰਦਾ ਪਤਾ ਨਹੀਂ ਕਿੱਥੋਂ ਗੰਦੇ ਫੁਰਨੇ ਮਾੜੀਆਂ ਵਿਚਾਰਾਂ, ਪਤਾ ਨਹੀਂ ਕਿੱਥੋਂ ਤੁਰੀਆਂ ਆਉਣ, ਕਦੀ ਨਹੀਂ ਮਨ 'ਚ ਆਈਆਂ। ਤੇ ਮੈਂ ਪਹਿਲੀ ਵਾਰੀ ਗੁਟਕਾ ਫੜਿਆ ਜ਼ਿੰਦਗੀ 'ਚ, ਤੇ ਪਤਾ ਨਹੀਂ ਕਿੱਥੋਂ ਵਿਚਾਰਾਂ ਆ ਗਈਆਂ, ਏਡੇ ਏਡੇ ਗੰਦੇ ਮਾੜੇ ਸੁਪਨੇ। ਕਹਿੰਦਾ ਮੈਂ 2-3 ਅਸ਼ਟਪਦੀਆਂ ਪੜ੍ਹੀਆਂ, ਮੈਂ ਗੁਟਕਾ ਰਾਤਾ। ਮੈਂ ਕਹਿੰਦਾ ਇਹ ਤਾਂ ਕਹਾਣੀ ਵਿਗੜਦੀ ਜਾਂਦੀ ਆ। ਇਹ ਸਾਰਿਆਂ ਦੀ ਕਹਾਣੀ ਇਹੋ ਹੀ ਆ, ਅੱਗੋਂ ਪਿੱਛੋਂ ਨੇ ਕੁਛ ਨਹੀਂ ਕਹਿਣਾ। ਜਦੋਂ ਸਿਮਰਨ ਸ਼ੁਰੂ ਹੋ ਗਿਆ, ਜਦੋਂ ਪਾਠ ਸ਼ੁਰੂ ਹੋ ਗਿਆ, ਇਹ ਭੌਂਕਣਾ ਸ਼ੁਰੂ ਹੋ ਗਿਆ। ਉਹ ਤੇਰਾ ਯਾਰ ਹੀ, ਉਹ ਤੇਰਾ ਵੈਰੀ, ਉਹ ਤੂੰ ਉੱਥੇ ਜਾਣਾ, ਉਹਦਾ ਫੋਨ ਆਉਣਾ, ਉਹ ਤੂੰ ਫੋਨ ਕਰ ਲਾ, ਓਏ ਇੱਦਾਂ ਹੀ ਕਰੀ ਜਾਂਦਾ ਅੰਦਰ ਬੈਠਾ। ਆ ਵੇਖ ਹੀ ਲਿਆ ਨਾ ਤੁਸੀਂ ਲਾਕਡਾਊਨ ਦੇ ਵਿੱਚ ਅੰਦਰ ਬਹਿ ਕੇ ਕੀ ਕਰਦਾ ਏ। ਵੱਜਦੀਆਂ ਕਿ ਨਹੀਂ ਚੀਕਾਂ ਅੰਦਰ ਬੈਠਿਆਂ ਦੀਆਂ।
ਰੋਣ ਦੇ ਹੀ ਦੁਨੀਆ ਮਾਰੇ ਗਏ ਮਾਰੇ ਗਏ ਮਾਰੇ ਗਏ, ਬਾਹਰ ਕੱਢ ਦਿਓ ਸਾਨੂੰ। ਉਹ ਗੁਰਦੁਆਰੇ ਬੈਠੇ ਰੋਈ ਜਾਂਦੇ ਹਜ਼ੂਰ ਸਾਹਿਬ, ਹੋਰ ਤੇ ਗੱਲ ਹੀ ਛੱਡੋ ਤੁਸੀਂ, ਉਹ ਹਜ਼ੂਰ ਸਾਹਿਬ ਰੋਈ ਜਾਂਦੇ, ਉਹ ਸਾਨੂੰ ਲੈ ਜਾਓ, ਉਮਰ ਕੈਦ ਹੋ ਗਈ, ਉਹ ਬਚਾ ਲਓ, ਕੋਈ ਮੁੱਖ ਮੰਤਰੀ ਕੈਪਟਨ ਤੂੰ ਬਚਾ ਲਾਓ, ਕੋਈ ਮੰਤਰੀ ਬਚਾ ਲਓ, ਸਾਨੂੰ ਉਮਰ ਕੈਦ ਹੋ ਗਈ ਹੋਏ। ਇਹ ਨਹੀਂ ਹੁਣ ਛੇਤੀ ਕੀਤਿਆਂ ਹਜ਼ੂਰ ਸਾਹਿਬ ਜਾਂਦੇ, ਭੱਜ ਜਾਂਦੇ ਸੀ ਜਿਹੜੇ। ਮੈਂ 1994 'ਚ ਗਿਆ ਹੇਮਕੁੰਟ, ਅਤੇ ਮੇਰੇ ਵੀ ਉਦੋਂ ਕੰਨਾਂ ਨੂੰ ਹੱਥ ਲੱਗ ਗਏ। ਮੈਂ ਨਹੀਂ ਮੁੜ ਕੇ ਗਿਆ ਅਜੇ ਤੱਕ, ਅਤੇ ਨਾ ਮੈਂ ਜਾਣਾ ਹੀ ਮੁੜ ਕੇ। ਜਦੋਂ ਇੱਕ ਵਾਰੀ ਕੰਨਾਂ ਨੂੰ ਹੱਥ ਲੱਗ ਜਾਣ, ਮੁੜ ਕੇ ਨਹੀਂ ਬੰਦਾ ਉਹ ਕੰਮ ਕਰਦਾ ਹੁੰਦਾ। ਇਹ ਹੁਣ ਇਹਨਾਂ ਦੇ ਹੁਣ ਲੱਗ ਗਏ ਕੰਨਾਂ ਨੂੰ ਹੱਥ, ਇਹ ਨਹੀਂ ਹੁਣ ਹਜ਼ੂਰ ਸਾਹਿਬ ਦਾ ਨਾਂ ਲੈਣਗੇ। ਖੈਰ, ਇੱਕ ਸਵਾਨ ਦੋਏ ਸਵਾਨੀ ਨਾਲ, ਪਲ ਕੇ ਭੌਂਕੇ ਸਦਾ ਬਿਆਲ। ਕੂੜ ਛੁਰਾ ਕਿਹੜਾ ਵਾ? ਝੂਠ ਦਾ ਛੁਰਾ ਫੜਿਆ ਹੋਇਆ ਮੈਂ। ਮੁੱਠਾ ਮੁਰਦਾਰ ਲੋਕਾਂ ਨੂੰ ਠੱਗ ਰਿਹਾ ਹੈ। ਇਹ ਮੈਂ ਮਾਸ ਖਾ ਰਿਹਾ, ਮੁਰਦਾ ਖਾ ਰਿਹਾ। ਤੇ ਧਾਨਕ ਰੂਪ ਰਹਾ ਕਰਤਾਰ, ਮੇਰਾ ਰੂਪ ਮਰਾਸੀਆਂ ਵਾਲਾ ਬਣ ਗਿਆ। ਪਰ ਏਕ ਨਾਮ ਤੇਰਾ, ਏਕ ਨਾਮ ਤਾਰੇ ਸੰਸਾਰ। ਮੈਂ ਇਹ ਆਸ ਇਹ ਆਧਾਰ। ਐ ਪਰਵਤਗਾਰ, ਇਹ ਮਨ ਵੀ ਭੌਂਕੀ ਜਾਂਦਾ, ਇਹ ਤਨ ਵੀ ਭੌਂਕੀ ਜਾਂਦਾ, ਇਹ ਬੜਾ ਕੁਛ ਕਰੀ ਜਾਂਦਾ ਹੈ, ਪਰ ਤੇਰੇ ਨਾਮ ਦਾ ਆਸਰਾ ਲੈ ਕੇ ਮੇਰਾ ਬਚਾਅ ਹੋ ਸਕਦਾ ਹੈ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹ ਆਧਾਰ। ਮੈਂ ਪਤ ਕੀ ਪੰਦ ਕੀ ਕਰਨੀ ਕਾਰ, ਹੋਂ ਬਿਗੜੇ ਰੂਪ ਰਹਾ ਬਿਕਰਾਲ। ਹਾਂਜੀ, ਉਹ ਫਿਰ ਕਹਿਣ ਲੱਗੇ ਅਖੀਰ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਨੇ ਪਰਖ ਕੀਤੀ, ਇਹਦੇ ਦੱਸਦੇ ਵੀ ਦੋ ਕੁੱਤੀਆਂ ਅੱਲ ਲੀਆਂ ਕੁੱਤੇ, ਇਸ ਤਰ੍ਹਾਂ ਦੀ ਗੱਲ ਹੋਈ ਨਹੀਂ ਆ। ਇਹਨਾਂ ਨੇ ਉਹ ਸ਼ਬਦ ਨੂੰ ਵਿਆਖਿਆ ਇਸ ਤਰ੍ਹਾਂ ਕਰ ਦਿੱਤੀ। ਉਹ 7 ਸਾਲ ਪਰਖਾਂ ਹੁੰਦੀਆਂ ਰਹੀਆਂ, ਲਹਿਣਾ ਪੜ੍ਹਦਾ ਰਿਹਾ, ਅਤੇ 7 ਸਾਲਾਂ ਦੇ ਵਿੱਚ ਕਈ ਵਾਰੀ ਪਰਚੇ ਪਏ, ਅਤੇ ਆਖਰੀ ਪਰਚਾ ਪਿਆ 1539 ਦੇ ਵਿੱਚ। ਅਤੇ ਉਹ ਫਿਰ ਪਰਚੇ ਦੇ ਵਿੱਚ ਸ਼੍ਰੀ ਲਹਿਣਾ ਜੀ ਸਭ ਤੋਂ ਪਹਿਲੇ ਨੰਬਰ 'ਤੇ ਆ ਜਾਂਦੇ ਨੇ, ਅਤੇ ਕਹਿਣ ਲੱਗੇ ਪੁਰਖਾ ਤੇਰਾ ਨੰਬਰ ਪਹਿਲਾਂ। ਜਿੱਦਾਂ ਹਰਿਮੰਦਰ ਸਾਹਿਬ ਦੀ ਜਦੋਂ ਸੇਵਾ ਮੁਕੰਮਲ ਹੋਈ ਨਾ, ਅਤੇ ਖਿਤਾਬ ਦਿੱਤੇ ਗਏ ਵੀ ਕਿੰਨੇ ਵੱਧ ਸੇਵਾ ਕੀਤੀ, ਕਿੰਨੇ ਘੱਟ ਸੇਵਾ ਕੀਤੀ, ਕਿਹਦੀ ਵਧੀਆ ਸੇਵਾ, ਕਿਹਦੀ ਘਟੀਆ ਸੇਵਾ। ਅਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਭਾਈ ਬਹਿਲੋ, ਸਭ ਤੋਂ ਪਹਿਲੋਂ ਤੇਰੀ ਸੇਵਾ 'ਚ ਨੰਬਰ ਪਹਿਲਾ ਹੈ ਭਾਈ ਬਹਿਲੋ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਪਰਚਾ ਪਾਇਆ, ਅਤੇ ਪਹਿਲੇ ਨੰਬਰ 'ਤੇ ਸ਼੍ਰੀ ਲਹਿਣਾ ਜੀ ਆ ਗਏ ਨੇ। ਅਤੇ ਫਿਰ ਉਹਨਾਂ ਨੇ ਆਖਿਆ ਪੁਰਖਾ ਤੇਰੀ ਸੇਵਾ ਹੁਣ ਮੁਕੰਮਲ ਹੋ ਗਈ ਹੈ। ਅਤੇ ਫਿਰ ਉਹਨਾਂ ਨੂੰ ਤਖਤ ਉੱਤੇ ਬਿਠਾ ਦਿੱਤਾ। ਬੜੀ ਲੰਮੀ ਚੌੜੀ ਵਿਆਖਿਆ, ਹੁਣ ਆਪਾਂ ਸਮਾਪਤੀ ਵਾਲੇ ਪਾਸੇ ਆਈਏ। ਅਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਸ਼੍ਰੀ ਲਹਿਣਾ ਜੀ ਨੂੰ ਤਖਤ 'ਤੇ ਬਿਠਾ ਕੇ ਮੱਥਾ ਟੇਕ ਦਿੱਤਾ ਨਾ, ਅਤੇ ਲੋਕਾਂ ਨੇ ਬੜਾ ਇਤਰਾਜ਼ ਕੀਤਾ। ਬਾਣੀ 'ਚ ਬਚਨ ਆਉਂਦਾ, ਹੋਰੋਂ ਗੰਗ ਵਿਹਾਈ ਓਨ ਦੁਨਿਆਈ ਆਖੇ ਕੇ ਕਿਉਨ। ਦੁਨੀਆ ਨੇ ਆਖਿਆ ਬਾਬਾ ਇਹ ਤੂੰ ਕੀ ਕੀਤਾ ਈ, ਅਜੇ ਤੱਕ ਤਾਂ ਸੇਵਕ ਮੱਥਾ ਟੇਕਦੇ ਰਹੇ, ਅੱਜ ਗੁਰੂ ਨੇ ਮੱਥਾ ਟੇਕ ਦਿੱਤਾ ਈ। ਇਹ ਗੁਰਿਆਈਆਂ ਤੇ ਘਰਾਂ ਵਿੱਚ ਰਹਿੰਦੀਆਂ ਰਹੀਆਂ ਨੇ, ਧੀਆਂ ਪੁੱਤਰਾਂ ਨੂੰ ਮਿਲਦੀਆਂ ਰਹੀਆਂ ਨੇ, ਅਤੇ ਤੁਸੀਂ ਸ਼੍ਰੀ ਚੰਦ ਤੇ ਲక్ష్ਮੀ ਦਾਸ ਨੂੰ ਛੱਡ ਕੇ ਤੁਸੀਂ ਇੱਕ ਸੇਵਕ ਨੂੰ ਇਹ ਗੁਰਿਆਈਆਂ ਬਖਸ਼ ਦਿੱਤੀਆਂ ਨੇ। ਇਤਰਾਜ਼ ਕੀਤਾ ਪਰਿਵਾਰ ਨੇ, ਉੱਥੋਂ ਦੇ ਲੋਕਾਂ ਨੇ। ਕਹਿਣ ਲੱਗੇ ਹੋਰੋਂ ਗੰਗ ਵਿਹਾਈ ਓਨ ਦੁਨਿਆਈ ਆਖੇ ਕੇ ਕਿਉਨ। ਲੋਕਾਂ ਨੇ ਆਖਿਆ ਬਾਬਾ ਤੂੰ ਕੀ ਕੀਤਾ, ਕਿੱਧਰ ਨੂੰ ਗੰਗਾ ਵਹਾ ਦਿੱਤੀ, ਉਹ ਉਲਟ ਗੰਗਾ ਵਹਿ ਗਈ। ਇਹ ਤਾਂ ਇੱਥੋਂ ਦਾ ਮਾਲਕ ਸ਼੍ਰੀ ਚੰਦ ਹੋਣਾ ਸੀ, ਤੇ ਤੁਸੀਂ ਲਹਿਣਾ ਜੀ ਨੂੰ ਥਾਪ ਦਿੱਤਾ। ਨਾਨਕ ਈਸਰ ਜਗਨਾਥ ਉੱਚੇ ਦੀ ਵੈਣ ਵਿਰ ਕਿਉਂ। ਬਾਤ ਉੱਚੀ ਸੀ, ਕਿਸੇ ਨੂੰ ਸਮਝ ਨਹੀਂ ਲੱਗੀ। ਉਹਨੇ ਆਖਿਆ ਨਹੀਂ, ਇਹ ਗਲਤ ਨਹੀਂ ਹੋਇਆ ਕਿ ਜਿਸ ਕੀ ਵਸਤ ਤਿਸੇ ਘਰ ਆਵੈ। ਇਹ ਜਿਹਨੂੰ ਬਖਸ਼ਾ ਹੋਣੀਆਂ ਸੀ ਤੁਰ ਦਰਗਾਹ ਤੋਂ, ਜਿਨ੍ਹਾਂ 'ਤੇ ਰੱਬ ਨੇ ਕੀਤੀਆਂ ਸੀ ਉਹਨਾਂ 'ਤੇ ਹੋਣੀਆਂ ਸੀ, ਉਹੀ ਪਹਿਲੇ ਨੰਬਰ 'ਤੇ ਆਏ ਅਤੇ ਉਹਨਾਂ ਨੂੰ ਹੀ ਬਖਸ਼ਾ ਹੋਈਆਂ। ਇਹ ਸੀ ਘਾਲਣਾ ਸ਼੍ਰੀ ਲਹਿਣਾ ਜੀ ਦੀ, ਜਿਹੜੇ 7 ਸਾਲ ਉਹਨਾਂ ਨੇ ਕਰਤਾਰਪੁਰ ਘਾਲਦੇ ਰਹੇ। ਅੰਮ੍ਰਿਤ ਵੇਲੇ ਉੱਠਣਾ, ਗੁਰੂ ਕਾ ਇਸ਼ਨਾਨ ਕਰਾਉਣਾ, ਧਰਮਸ਼ਾਲਾ ਸਾਫ਼ ਕਰਨੀ, ਆਪ ਇਸ਼ਨਾਨ ਕਰਨਾ, ਫਿਰ ਬੈਠ ਕੇ ਜਾਪ ਕਰਨਾ, ਫਿਰ ਜਪਜੀ ਸਾਹਿਬ ਦਾ ਪਾਠ ਬਾਬਾ ਬੁੱਢਾ ਜੀ ਨੇ ਕਰਨਾ, ਫਿਰ ਗੁਰੂ ਨਾਨਕ ਸਾਹਿਬ ਨੇ ਕਥਾ ਕਰਨੀ, ਫਿਰ ਸਮਾਪਤੀ ਕਰਨੀ, ਫਿਰ ਸੰਗਤਾਂ ਵਾਸਤੇ ਆਟਾ ਪੀਣਾ, ਘੜੇ ਭਰਨੇ ਪਾਣੀ ਦੇ,
ਇਹ ਸੀ, ਮੈਂ ਫੇਰ ਕਹਿ ਦਿਆਂ ਹੁਣ ਸਮਾਪਤੀ ਕਰਨ ਲੱਗਿਆ, ਵੀ ਬਾਬੇ ਨਾਨਕ ਉੱਥੇ ਕੋਈ ਫਾਰਮ ਨਹੀਂ ਸੀ ਖੋਲ੍ਹੇ, ਵੀ ਗਾਈਆਂ ਮੱਝੀਆਂ ਵਾਲੇ ਵੱਖਰੇ ਫਾਰਮ ਸੀ ਅਤੇ ਖੇਤੀਬਾੜੀ ਦੇ ਵੱਖਰੇ ਫਾਰਮ ਸੀ। ਉਹਨਾਂ ਨੇ ਇਕਾਂਤ ਵਿੱਚ ਜਗ੍ਹਾ ਬਣਾਈ ਸੀ ਆਪਣੇ ਜਪ ਕਰਨ ਵਾਸਤੇ, ਸਿਮਰਨ ਕਰਨ ਵਾਸਤੇ। ਉੱਥੇ ਫਿਰ ਲਹਿਣਾ 7 ਸਾਲ ਪੜ੍ਹਦਾ ਰਿਹਾ, ਕਿਉਂਕਿ ਉਹਨਾਂ ਨੂੰ ਲਗਨ ਲੱਗੀ ਸੀ। ਅਤੇ ਉਹ ਫਿਰ ਆਪਣੀ ਅੰਦਰ ਦੀ ਪਿਆਸ ਬੁਝਾਉਣ ਵਾਸਤੇ ਕਰਤਾਰਪੁਰ ਸਾਹਿਬ ਆਏ। ਬਾਣੀ ਵੀ ਕਹਿੰਦੀ ਆ ਕਿ ਸੱਚ ਰਤੇ ਸੇ ਟੋਲ ਲੋ ਤੇ ਵਿਰਲੇ ਸੰਸਾਰ, ਤਿੰਨ ਮਿਲਿਆ ਮੁਖ ਉਜਲਾ। ਮਾਰ ਬਾਣੀ ਕਹਿੰਦੀ ਤੁਸੀਂ ਵੀ ਉਹ ਲੱਭੋ ਜਿਹੜੇ ਰੱਬ ਨਾਲ ਜੁੜ ਕੇ ਬੈਠੇ ਨੇ। ਤਿੰਨ ਮਿਲਿਆ ਮੁਖ ਉਜਲਾ, ਜੇ ਤੁਸੀਂ ਵੀ ਉਹਨਾਂ ਨੂੰ ਮਿਲੋਗੇ, ਜਪੋਗੇ, ਤੇ ਤੁਹਾਡਾ ਵੀ ਦਰਗਾਹ ਵਿੱਚ ਸਾਹਿਬ ਕਹਿੰਦੇ ਮੁਖ ਉਜਲਾ ਹੋਊਗਾ। ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ। ਕਲਯੁਗ ਦਾ ਸਮਾਂ ਹੈ, ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਆ। ਬਾਕੀ ਫਿਰ ਹੁਣ ਆਪਾਂ ਦੋ ਦਿਨ ਲਾ ਲਏ ਲਗਾਤਾਰ, ਹੁਣ ਕੋਈ 2-4 ਦਿਨ ਆਪਾਂ ਕਥਾ ਨਹੀਂ ਕਰਾਂਗੇ। ਉਸ ਤੋਂ ਬਾਅਦ ਫਿਰ ਵੇਖਾਂਗੇ, ਕਿਉਂਕਿ ਤੁਸੀਂ ਥੱਕ ਜਾਣਾ ਸੁਣਦਿਆਂ ਅਤੇ ਮੈਂ ਤਾਂ ਅੱਗੇ ਹੀ ਥੱਕਿਆ ਪਿਆ ਵਾਂ। ਮੈਂ ਤਾਂ ਇਹ ਕਰਦਾ ਹੀ ਨਹੀਂ ਕਥਾ। ਇਹ ਤਾਂ ਹੁਣ ਲਾਕਡਾਊਨ ਨੇ ਆਖਤਾ ਚਲਾਤਾ ਵੀ ਸੰਗਤਾਂ ਘਰ ਬੈਠੀਆਂ ਨੇ, ਅਤੇ ਚਲੋ ਇੱਦਾਂ ਗੁਰੂ ਕੇ ਬਚਨ ਸੁਣ ਲੈਂਦੀਆਂ, ਇੱਥੇ ਨਹੀਂ ਆਉਂਦੇ ਜਿਹੜੇ ਪ੍ਰੇਮੀ। ਅਤੇ ਸਾਹਿਬ ਕਿਰਪਾ ਕਰਨ, ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਤੋ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਅਤੇ ਸਾਹਿਬ ਕਿਰਪਾ ਕਰਨ, ਰਹਿਮਤਾਂ ਬਖਸ਼ਾਂ ਕਰਨ, ਸਾਨੂੰ ਆਪਣਾ ਨਾਮਦਾਨ ਬਖਸ਼ਣ, ਅੰਮ੍ਰਿਤ ਵੇਲੇ ਦੇ ਜਾਗਣ ਦੀ ਦਾਤ ਬਖਸ਼ਣ, ਗੁਰਸਿੱਖਾਂ ਦੀ ਟਹਿਲ ਪਾਵਣਾ। ਗੁਰਸਿੱਖ ਮਿਲਿਆ ਪਾਪ ਪਨੇਠਾ। ਵੇਖੋ ਕਿੱਥੋਂ ਲਾਗ ਲੱਗੀ ਭਾਈ ਜੋਧ ਤੋਂ, ਅਤੇ ਕਿਧਰ ਦੀ ਕਹਾਣੀ ਤੁਰਦੀ ਕਿੱਥੇ ਜਾ ਪਹੁੰਚੀ। ਇਹ ਹੁੰਦੀ ਆ ਕਿ ਸਤ ਸੰਗਤ ਕੀ ਵਡਿਆਈ। ਇਹ ਸੰਗਤ ਦੀ ਵਡਿਆਈ ਹੈ, ਸ਼ਬਦ ਦੀ ਵਡਿਆਈ ਆ, ਨਾਮ ਦੀ ਵਡਿਆਈ ਹੈ। ਜਿਹੜਾ ਸੰਗਤ ਵਿੱਚ ਬੈਠ ਕੇ ਗੁਰੂ ਜਪਦਾ ਹੈ, ਖੋਜਤ ਸੁਣੀਏ ਸੋਏ, ਸਾਰ ਸੰਗਤ ਬਿਨ ਤਰਿਓ ਨਾ ਕੋਏ। ਜੇ ਲੋੜੇ ਸਦਾ ਭਾਈ, ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ, ਉਹਾਂ ਜਪੀਏ ਕੇਵਲ ਨਾਮ। ਸੰਗਤ ਤਾਂ ਇਸ ਕਰਕੇ ਬੱਧੀ ਸੀ ਗੁਰੂ ਨਾਨਕ ਸਾਹਿਬ ਨੇ ਕਿ ਤੁਸੀਂ ਬੈਠ ਕੇ ਨਾਮ ਜਪੋ। ਝਗੜਿਆਂ ਵਾਸਤੇ ਨਹੀਂ ਸੀ ਬਾਬੇ ਨੇ ਧਰਮਸ਼ਾਲਾ ਗੁਰਦੁਆਰੇ ਬਣਾਏ ਵੀ ਤੁਸੀਂ ਇੱਥੇ ਝਗੜੇ ਤੇ ਧੜੇ ਬਣਾ ਕੇ ਤੇ ਇੱਕ ਦੂਸਰੇ ਕਿੰਤੂ ਪਰੰਤੂ ਕਰੋ। ਇਹ ਸਿੱਖੀ ਨਹੀਂ ਹੈ, ਇਹ ਕੁਰਾਏ ਪੈ ਗਈ ਸਾਡੀ ਕੌਮ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਇਹ ਨੇਮ ਸੀ ਗੁਰਸਿੱਖੀ ਦਾ ਭਾਈ। ਸਵੇਰੇ ਵੀ ਅੰਮ੍ਰਿਤ ਧਰਮਸ਼ਾਲਾ ਵਿੱਚ ਬੈਠਣਾ ਵਾ ਅਤੇ ਸ਼ਾਮੀ ਵੀ ਬੈਠਣਾ। ਜੇ ਤਾਂ ਤੁਸੀਂ ਸਵੇਰੇ ਵੀ ਧਰਮਸ਼ਾਲਾ 'ਚ ਬੈਠਦੇ ਹੋ, ਗੁਰੂ ਜਪਦੇ ਹੋ, ਸ਼ਾਮੀ ਵੀ ਬੈਠਦੇ ਹੋ, ਜਪਦੇ ਹੋ, ਫਿਰ ਤੁਸੀਂ ਸਿੱਖੀ ਦੇ ਅਸੂਲਾਂ 'ਤੇ ਚੱਲ ਰਹੇ ਹੋ, ਵਰਨਾ ਨਹੀਂ ਹੈ। ਇਹ ਪੱਗਾਂ ਬੰਨ੍ਹ ਲੈਣੀਆਂ, ਲੰਮੇ ਚੋਲੇ ਪਾ ਲੈਣੇ, ਕਿਰਪਾਨਾਂ ਫੜ ਲੈਣੀ, ਇਹ ਕੋਈ ਧਰਮ ਨਹੀਂ ਹੈ। ਇਹ ਧਰਮ ਦਾ ਲਿਬਾਸ ਵਾ, ਇਹ ਧਰਮ ਨਹੀਂ ਹੈ। ਇਹ ਇੱਕ ਸਾਡੀ ਵਰਦੀ ਆ ਧਰਮ ਦੀ, ਇਹ ਧਰਮ ਨਹੀਂ ਆ। ਧਰਮ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲ ਕੇ ਉੱਠ ਹਰ ਨਾਮ ਤੇ ਆਵੇ। ਕਿਤੇ ਲਿਖਿਆ ਗੁਰੂ ਰਾਮਦਾਸ ਨੇ ਸਵੇਰੇ ਉੱਠ ਕੇ ਕਿਰਪਾਨਾਂ ਰੇਤਾ ਨਾ ਮਾਂਜ ਲੈ, ਫੜ ਕੇ ਸੜਕਾਂ 'ਤੇ ਆ ਜੇ? ਕਿੱਥੇ ਲਿਖਿਆ? ਨਹੀਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲ ਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਪਲ ਕੇ ਪ੍ਰਭਾਤੀ, ਉਦਮ ਕਰੇ ਪਲ ਕੇ ਪ੍ਰਭਾਤੀ। ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ। ਸਭ ਕੇ ਲੇਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਗੁਰਬਾਣੀ ਗਾਉਣ ਵਾਸਤੇ ਵੀ ਕਿਹਾ ਅਤੇ ਨਾਮ ਜਪਣ ਵਾਸਤੇ ਵੀ ਕਿਹਾ ਵੀ ਧਰਮਸ਼ਾਲਾ ਵਿੱਚ ਬੈਠ ਕੇ ਨਾਮ ਜਪੋ। ਅਤੇ ਆਹ ਹੁਣ ਬੜਾ ਵੱਡੀ ਮੁਸ਼ਕਿਲ ਕੀ ਬਣ ਗਈ, ਜਿਹੜੇ ਜਪਦੇ ਨਾ ਥੋੜ੍ਹੇ ਬਹੁਤੇ ਪ੍ਰੇਮੀ ਸੁਣ ਰਹੇ ਜਿਹੜੇ, ਉਹਨਾਂ ਨੇ ਮੈਨੂੰ ਕਈ ਵਾਰੀ ਦੱਸਿਆ ਵੀ ਮੁਸ਼ਕਿਲ ਬੜੀ, ਮੈਨੂੰ ਆਪ ਬਣੀ ਹੋਈ ਹੈ ਮੁਸ਼ਕਿਲ, ਵੀ ਇੱਕ ਪਿੰਡ ਵਿੱਚ 5 ਗੁਰਦੁਆਰੇ ਨੇ, 10 ਸਪੀਕਰ ਲੱਗ ਜਾਂਦੇ ਨੇ, ਕੋਈ ਪਤਾ ਨਹੀਂ ਕੀ ਹੋਣ ਦਿਆ ਹੁੰਦਾ ਅੰਮ੍ਰਿਤ ਵੇਲੇ। ਕੋਈ ਪਿੰਡ 'ਚ ਕੋਈ ਸਿਆਣਾ ਬੰਦਾ ਹੀ ਨਹੀਂ ਰਿਹਾ। ਪਿੰਡਾਂ ਦੀਆਂ ਪੰਚਾਇਤਾਂ ਕਿੱਥੇ ਗਈਆਂ? ਇਹ ਕਿਉਂ ਨਹੀਂ ਇਸ 'ਤੇ ਕੰਟਰੋਲ ਹੋ ਰਿਹਾ? ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਕਹਿ ਦਿੱਤਾ ਵੀ ਗੁਰਦੁਆਰਿਆਂ ਦੇ ਸਪੀਕਰਾਂ ਦੀ ਆਵਾਜ਼ ਕੇਵਲ
ਚਾਰ ਦੀਵਾਰੀ ਦੇ ਅੰਦਰ ਅੰਦਰ ਤੱਕ ਰਹਿਣੀ ਚਾਹੀਦੀ ਆ। ਹਾਈ ਕੋਰਟ ਨੇ ਕਹਿ ਦਿੱਤਾ ਵੀ ਆਵਾਜ਼ਾਂ ਬੰਦ ਕਰੋ, ਅੰਦਰ ਤੱਕ ਹੀ ਰੱਖੋ ਆਵਾਜ਼ਾਂ, ਤੇ ਅੰਮ੍ਰਿਤ ਵੇਲਾ ਹੀ ਖਰਾਬ ਕਰਕੇ ਰੱਖ ਦਿੱਤਾ। ਜਾਂ ਤੇ ਇੱਕ ਸਪੀਕਰ ਲੱਗਾ ਹੋਵੇ, ਇੱਕ ਪਿੰਡ 'ਚ ਕੋਈ ਪਾਠ ਸੁਣ ਵੀ ਲਵੇ। 5 ਗੁਰਦੁਆਰੇ ਨੇ, 10 ਸਪੀਕਰ ਨੇ, ਕੋਈ ਜਪਜੀ ਪੜ੍ਹਨ ਦਿਆ, ਕੋਈ ਸੁਖਮਣੀ ਪੜ੍ਹਨ ਦਿਆ, ਕੋਈ ਢੋਲਕੀ ਵਜਾਉਣ ਦਿਆ, ਕੋਈ ਕੁਛ ਕਰਨ ਦਿਆ, ਤੇ ਇੰਨਾ ਕੁ ਰੌਲਾ ਪਿਆ ਹੁੰਦਾ ਨਾ ਅੰਮ੍ਰਿਤ ਵੇਲੇ ਪਿੰਡਾਂ ਦੇ ਵਿੱਚ ਦਵਾਈ ਰੱਬ ਦੀ। ਮੈਂ ਤੇ ਪ੍ਰਕਾਸ਼ ਹੀ ਕਰਨ ਹਟ ਗਿਆ, ਮੈਂ ਨਹੀਂ ਪ੍ਰਕਾਸ਼ ਕਰਦਾ ਅੰਮ੍ਰਿਤ ਵੇਲੇ ਦਵਾਈ ਰੱਬ ਦੀ, ਨਾ ਨਾ ਨਾ। ਮੈਂ ਹੁਕਮਨਾਮਾ ਲੈਣ ਦਿਆਂ ਹੁੰਨਾ ਤੇ 5 ਗੁਰਦੁਆਰਿਆਂ ਦੀਆਂ ਆਵਾਜ਼ਾਂ ਇੱਥੇ ਗੁਰਦੁਆਰੇ ਆਉਂਦੀਆਂ ਨੇ, ਤੇ ਦੱਸ ਕਾਹਦਾ ਹੁਕਮਨਾਮਾ ਮੈਂ ਲਊਂ ਉੱਥੇ। ਹੁਣ ਮੈਂ ਤਾਂ ਹੁਣ ਸਵੇਰੇ 6:30 7 ਵਜੇ ਪ੍ਰਕਾਸ਼ ਕਰਦਾ ਜੇ ਭਾਈ ਦਵਾਈ ਰੱਬ ਦੀ, ਜਦੋਂ ਇਹ ਸਾਰੇ ਗੁਰਦੁਆਰਿਆਂ 'ਚ ਰੌਲੀ ਬੰਦ ਹੋ ਜਾਂਦੀ। ਇਹ ਕੋਈ ਬਾਣੀ ਨਹੀਂ ਆਉਣ ਰਹੀ, ਇਹਨਾਂ ਨੇ ਰੌਲੀ ਪਾ ਦਿੱਤੀ ਆ। ਜਾਂ ਤਾਂ ਇੱਕ ਹੋਵੇ ਕੋਈ ਪਤਾ ਲੱਗੇ ਕਿ ਪਾਠੀ ਕੀ ਪੜ੍ਹਨ ਦਿਆ, ਤੇ ਕੋਈ ਪੰਚਾਇਤਾਂ ਨਹੀਂ, ਪਿੰਡ 'ਚ ਕੋਈ ਸਿਆਣਾ ਬੰਦਾ ਹੀ ਨਹੀਂ, ਕੋਈ ਇਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕਰੋ ਭਾਈ। ਹਰ ਧਰਮ ਦੇ ਬੰਦੇ ਹਰ ਪਿੰਡ ਵਿੱਚ ਰਹਿੰਦੇ ਨੇ, ਕਿਸੇ ਨੇ ਪਾਠ, ਕਿਸੇ ਨੇ ਕੋਈ ਪੂਜਾ ਕਰਨੀ ਆ, ਕਿਸੇ ਨੇ ਕੋਈ ਕੁਰਾਨ ਪੜ੍ਹਨੀ ਆ, ਕਿਸੇ ਨੇ ਕੋਈ ਗੀਤਾ ਪੜ੍ਹਨੀ ਆ, ਕਿਸੇ ਨੇ ਠਾਕਰ ਪੂਜਾ ਕਰਨੀ ਆ, ਤੇ ਤੁਸੀਂ ਉਹ ਐਡੀ ਸਪੀਕਰ ਲਾ ਕੇ ਰੌਲੀਆਂ ਹੀ ਪਾ ਛੱਡੀਆਂ ਪਿੰਡਾਂ ਵਿੱਚ। ਇਹ ਬੜਾ ਅਨਰਥ ਹੋ ਗਿਆ ਭਾਈ। ਤੇ ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਅੰਗਦ ਸਾਹਿਬ। ਮੈਂ ਕਹਿ ਰਿਹਾ ਸੀ ਇਹ ਸਿੱਖੀ ਦਾ ਅਸੂਲ ਹੈ ਵੀ ਸਵੇਰੇ ਧਰਮਸ਼ਾਲਾ ਵਿੱਚ ਬੈਠਣਾ। ਜੇ ਆਪਾਂ ਨਹੀਂ ਬੈਠਦੇ ਫਿਰ ਆਪਾਂ ਬਾਬੇ ਨਾਨਕ ਦੇ ਸਿੱਖ ਨਹੀਂ ਹੈ। ਇਹ ਆਪਣੇ ਆਪ ਨੂੰ ਤੁਸੀਂ ਪਰਖ ਲਿਓ ਵੀ ਸਵੇਰੇ ਜਾਂਦੇ ਹੋ ਧਰਮਸ਼ਾਲਾ 'ਚ। ਇਹ ਨਹੀਂ ਕਿਤੇ ਸੰਗਰਾਂਦ ਵਾਲੇ ਦਿਨ ਕੜਾਹੀ ਖਾਣ ਜਾਂਦੇ ਹੋ। ਇੱਕ ਦੇ ਵੀ ਵੱਡਾ ਸਿਆਪਾ ਪਿਆ ਹੋਇਆ, ਅੱਗੋਂ ਪਿੱਛੋਂ ਕੁਛ ਨਹੀਂ, ਤੇ ਸੰਗਰਾਂਦ ਵਾਲੇ ਦਿਨ ਤੇ ਪਹਿਲੋਂ ਗੁਰੂ ਕਿੱਥੇ ਤੁਹਾਡਾ? ਤੂੰ ਸੰਗਰਾਂਦ ਵਾਲੇ ਦਿਨ ਹੀ ਗੁਰਦੁਆਰੇ ਆਉਣਾ, ਤੇ ਸੰਗਰਾਂਦ ਤੋਂ ਪਹਿਲੇ ਗੁਰੂ ਕਿੱਥੇ ਤੁਹਾਡਾ? ਅਗਲੇ ਦਿਨ ਗੁਰੂ ਕਿੱਥੇ ਤੁਹਾਡਾ? ਨਾ ਭਾਈ, ਹਰ ਰੋਜ਼ ਡੇਲੀ ਸਿੱਖ ਨੇ ਸਵੇਰੇ ਨੇਮ ਨਾਲ ਉੱਠਣਾ, ਇਸ਼ਨਾਨ ਪਾਣ ਕਰਕੇ ਨੇਮ ਨਾਲ ਧਰਮਸ਼ਾਲਾ 'ਚ ਬੈਠ ਕੇ ਗੁਰੂ ਗੁਰੂ ਜਪਣਾ। ਉਹਦਾ ਫਾਇਦਾ ਪਤਾ ਕੀ ਹੋਊਗਾ? ਜਦੋਂ ਅਸੀਂ ਨੇਮ ਨਿਭਾਵਾਂਗੇ ਫਿਰ ਸਾਡੇ ਮਨ ਵਿੱਚ 24 ਘੰਟੇ ਨੇਮ ਚੱਲਦਾ ਰਹੂਗਾ ਵੀ ਮੈਂ ਇੰਨੇ 4 ਵਜੇ ਧਰਮਸ਼ਾਲਾ 'ਚ ਜਾਣਾ, 3 ਵਜੇ ਉੱਠਣਾ, ਸ਼ਾਮੀ ਮੈਂ 7 ਵਜੇ 6:30 ਧਰਮਸ਼ਾਲਾ 'ਚ ਮੇਰਾ ਨੇਮ ਆ, ਮੈਂ ਜਾਣਾ ਕਿਤੇ ਇੱਧਰ ਉੱਧਰ ਮੈਂ ਲੇਟ ਨਾ ਹੋ ਜਾਵਾਂ। ਉਹ ਨੇਮ ਨੇ ਬੇੜਾ ਪਾਰ ਕਰਨਾ, ਨੇਮ ਵਿੱਚੋਂ ਪ੍ਰੇਮ ਨਿਕਲਣਾ ਹੈ। ਇੱਕ ਬਾਣੀ ਦਾ ਬਚਨ ਆਉਂਦਾ ਕਿ ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ। ਸੱਚੇ ਪਾਤਸ਼ਾਹ ਕਿਰਪਾ ਕਰੀ, ਮੇਰਾ ਨੇਮ ਨਿਭਦਾ ਰਵੇ ਅੰਮ੍ਰਿਤ ਵੇਲੇ ਉੱਠਣ ਦਾ, ਮੇਰਾ ਨੇਮ ਨਿਭਦਾ ਰਵੇ ਅੰਮ੍ਰਿਤ ਵੇਲੇ ਸੰਗਤ ਵਿੱਚ ਬੈਠਣ ਦਾ, ਮੇਰਾ ਨੇਮ ਨਿਭਦਾ ਰਵੇ ਗੁਰੂ ਗੁਰੂ ਜਪਣ ਦਾ, ਮੇਰਾ ਨੇਮ ਨਿਭਦਾ ਰਵੇ ਮੈਂ ਸ਼ਾਮਾਂ ਨੂੰ ਫੇਰ ਅੰਮ੍ਰਿਤ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ। ਇਹ ਲੈਣੇ ਨੇ 7 ਸਾਲ ਨੇਮ ਨਿਭਾਇਆ ਕਰਤਾਰਪੁਰ ਸਾਹਿਬ, ਜਿੱਥੇ ਉਹ ਸਵੇਰੇ ਉੱਠ ਕੇ ਗੁਰੂ ਨਾਨਕ ਸਾਹਿਬ ਦਾ ਇਸ਼ਨਾਨ ਕਰਾਉਂਦੇ ਸੀ, ਧਰਮਸ਼ਾਲਾ 'ਚ ਝਾੜੂ ਵੱਟੀ ਕਰਦੇ ਸੀ, ਫਿਰ ਜਾਪ ਕਰਦੇ ਸੀ, ਫਿਰ ਜਪਜੀ ਸਾਹਿਬ ਦਾ ਪਾਠ ਸੁਣਦੇ ਸੀ, ਫਿਰ ਕਥਾ ਸੁਣਦੇ ਸੀ, ਫਿਰ ਆਟਾ ਪੀਂਦੇ ਸੀ, ਫਿਰ ਸੰਗਤਾਂ ਨੂੰ ਜਲ ਪਾਣੀ ਤਿਆਰ ਕਰਕੇ ਛਕਾਉਂਦੇ ਸੀ, ਘੜੇ ਭਰਦੇ ਸੀ ਪਾਣੀ ਦੇ। ਇਹ ਬੜੀਆਂ ਘਾਲਣਾ ਸੀ ਉਸ ਸਮੇਂ। ਹੁਣ ਘੜੇ ਕਿੱਥੇ ਭਰਨੇ, ਹੁਣ ਤਾਂ ਲਾਗੀਆਂ ਵਾ ਟੈਂਕੀਆਂ। ਤੇ ਦੂਰੋਂ ਦਰੇਡੋਂ ਕਿਤੇ ਸੰਗਤ ਆ ਜਾਣੀ ਨਾ ਕਰਤਾਰਪੁਰ ਸਾਹਿਬ, ਤੇ ਸੰਗਤ ਨੇ ਰਾਤ ਨੂੰ ਸੌਂ ਜਾਣਾ, ਤੇ ਸ਼੍ਰੀ ਲਹਿਣਾ ਜੀ ਨੇ ਸਾਰੀ ਰਾਤ ਪੱਖਾ ਚੱਲਣਾ। ਗੁਰੂ ਅਰਜਨ ਦੇਵ ਨੇ ਉਹ ਝੱਲਿਆ ਉੱਥੇ ਪਿਪਲੀ ਸਾਹਿਬ। ਇਹ ਸਾਡੇ ਗੁਰੂਆਂ ਨੇ ਸਾਨੂੰ ਕਰਕੇ ਦੱਸਿਆ ਵੀ ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ। ਸੰਗਤ ਤੋਂ ਬਿਨਾ, ਗੁਰੂ ਤੋਂ ਬਿਨਾ ਬੇੜਾ ਪਾਰ ਨਹੀਂ ਹੋਣਾ। ਜੇ ਗੁਰੂਆਂ ਨੇ ਪੱਖੇ ਝੱਲੇ ਸੰਗਤਾਂ ਨੂੰ, ਜੇ ਗੁਰੂਆਂ ਨੇ ਜੋੜੇ ਝਾੜੇ ਸੰਗਤਾਂ ਦੇ, ਉਹੀ ਸੇਵਾ ਸ਼੍ਰੀ ਲਹਿਣਾ ਜੀ 7 ਸਾਲ ਕਰਤਾਰਪੁਰ ਸਾਹਿਬ ਕਰਦੇ। ਐਵੇਂ ਨਹੀਂ ਬਾਣੀ 'ਚ ਜਿਗਰ ਆਉਂਦਾ ਉਹਨਾਂ ਦਾ ਕਿ ਪਵੇ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਮਰਦਾਂ ਵਾਲੀ ਕਾਲਣਾ। ਲੋਕਾਂ ਨੇ ਰਾਤ ਨੂੰ ਸੌਂ ਜਾਣਾ ਤੇ ਲਹਿਣਾ ਜੀ ਨੇ ਪੱਖਾ ਫੜ ਕੇ ਖਲੋ ਜਾਣਾ। ਸਾਰੀ ਰਾਤ ਗੁਰੂ ਨਾਨਕ ਸਾਹਿਬ ਨੂੰ ਪੱਖਾ ਚੱਲਣਾ, ਸਾਰੀ ਰਾਤ ਸੰਗਤ ਨੂੰ ਪੱਖਾ ਚੱਲਣਾ। ਰਾਤ ਸੌਣ ਨੂੰ ਸਮਾਂ ਨਾ ਮਿਲਣਾ, ਦਿਨੇ ਸਾਰੀ ਦਿਹਾੜੀ ਫੇਰ ਗੁਰੂ ਕੇ ਸੇਵਾ ਵਿੱਚ, ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹਿਣਾ।
ਇਹਨੂੰ ਕਹਿੰਦੇ ਨੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪੌਖ ਹੋਵਣਾ, ਗੋਲਾ ਮੁੱਲ ਖਰੀਦ ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ। ਇਹ ਤਿੰਨੇ ਚੀਜ਼ਾਂ ਮੁੱਕ ਜਾਂਦੀਆਂ ਸੇਵਕ ਦੇ ਕੋਲੋਂ। ਸੌਣਾ ਵੀ ਮੁੱਕ ਗਿਆ ਲੈਣੇ ਜੀ ਦਾ, ਖਾਣਾ ਵੀ ਮੁੱਕ ਗਿਆ, ਭੁੱਖ ਵੀ ਮੁੱਕ ਗਈ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੌਵਣਾ। ਪੀਣ ਹੋਏ ਜਦੀਦ ਪਾਣੀ ਢੋਵਣਾ, ਚੱਕੀ ਵੀ ਪੀਣੀ ਪਾਣੀ ਵੀ ਢੋਣਾ। ਇਹ ਫਿਰ ਸੇਵਾ ਵਿੱਚ ਰੱਤੇ ਰਹੇ 7 ਸਾਲ ਰੱਤੇ ਰਹੇ। ਪਰ ਸੇਵਾ ਕੌਣ ਕਰਦਾ ਹੈ? ਇੱਕ ਭਾਈ ਗੁਰਦਾਸ ਨੇ ਲਿਖਿਆ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਇਹ ਕਹਿੰਦੇ ਦਿਮਾਗ ਖੋਲੋ, ਨਹੀਂ ਦਿਮਾਗ ਖੋਲਿਆ ਕੁਛ ਨਹੀਂ ਹੋਣਾ, ਖੋਲ ਕੇ ਵੇਖ ਲਓ ਤੁਸੀਂ, ਕੋਈ ਬਾਤ ਨਹੀਂ ਹੈ। ਜੇ ਕੋਈ ਕਹਿ ਰਿਹਾ ਤੇ ਖੋਲ ਲਓ। ਮਹਾਂਪੁਰਖਾਂ ਨੇ ਤੇ ਐਸਾ ਨਹੀਂ ਕਿਹਾ। ਉਹ ਖੁੱਲਾ ਸੀ ਨਾ, ਉਹ